करते हम निर्गुण तू दाता। हम मूर्ख तुम चतुर सियाणे। तू सर्व कला का ज्ञाता। माधो हम ऐसे तू ऐसा। हम पापी तुम पाप खंडन। नीको ठाकुर दिशा। जप तप संयम धर्म न कमाया। सेवा साध ना जानिया हर राया। कहो नानक हम नीच कर्मा। शरण परे की राखो शर्मा। धन वाहिगुरु साहिब जी। एक भगत भगवान। जे प्राणी कै नाहे मन। जैसे सूकर स्वान। नानक मानो ताहे तन। स्वामी को गृह जो सदा। स्वान तजत नहीं नित। नानक एह बिद हर भजो। एक मन होए एक चित। स्वामी को गृह जो सदा। स्वान तजत नहीं नित। नानक एह बिद हर भजो। एक मन होए एक चित। एक भगत भगवान। जेह प्राणी कै नाहे मन। जैसे सूकर स्वान। नानक मानो ताहे तन। वाहिगुरु जी का खालसा वाहिगुरु जी की फतेह। परम सन्मानयोग चवर छतर तख्त दे मालक जुगो जुग अटल धन धन सतगुरु गुरु ग्रंथ साहिब सच्चे पातशाह जी दी पावन पवित्र हजूरी अंदर सुभाएमान गुरु सवारे सतसंगी जनों। सतगुरु गुरु ग्रंथ साहिब महाराज जी की अपार बख्शिश रहमत का सदका हफ्तावारी दीवान दियाँ हाजरियां भर के सतगुरां दी पावन गुरबाणी ते पाठ गुरबाणी कीर्तन बड़े प्यार नाल आप जियां ने सरवण कीते हन। आओ साध संगत जी गुरु तेग बहादुर सच्चे पातशाह महाराज जी की पावन बाणी उन्हां दे श्लोकां दी जो लड़ीवार विचार चल रही है। अज जिहड़े दो श्लोकां दी विचार करनी है वो लड़ी नंबर दे विच 44 अते 45 नंबर श्लोक हैं। इन्हां दी विचार जिवें सतगुरु समत बख्शिश करनगे आप जी नाल करन दा यतन करांगा। करो कृपा सारे माई भाई आसीष बख्शिश करो। जदों ये कहा जाता ना कि आसीष बख्शिश करो उहदा कारण ये हुंदा है विच संगत हर प्रभ वसै जीओ। संगत विच हरि परमात्मा परमेश्वर आप वरत रहा है ते तुहाडी दित्ती हुई असीस नाल तुहाडे टिके हुए मन दे नाल मैनूं कुछ कहण दी हिम्मत सतगुरु बख्शिश करन। इस करके कहीदा कि आओ असीस बख्शो ताकि मन का टिकाव बने। सारी संगत करो कृपा कोई रसना वांझी ना रहे।
गज बज के सारे आखिए जी सतनाम श्री। करो कृपा सारे सतनाम श्री वाहिगुरु जी। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਪਹਿਲਾਂ ਅਸੀਂ ਇਹਨਾਂ ਦੋਨਾਂ ਸ਼ਲੋਕਾਂ ਦੇ ਅੱਖਰੀ ਅਰਥ ਲਵਾਂਗੇ, ਫਿਰ ਉਸ ਤੋਂ ਬਾਅਦ ਇਹਦੀ ਵਿਆਖਿਆ। ਸਾਹਿਬ ਕਿਰਪਾ ਕਰ ਰਹੇ ਹਨ। 44 ਨੰਬਰ ਸ਼ਲੋਕ ਜਿਹੜਾ ਹੈ ਅੱਜ ਦੀ ਲੜੀ ਵਿੱਚ ਪਹਿਲਾ। ਮਹਾਰਾਜ ਕਿਰਪਾ ਕਰ ਰਹੇ ਨੇ ਕਿ ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹਿ ਮਨ। ਏਕ ਦਾ ਅਰਥ ਹੋ ਗਿਆ ਇੱਕ, ਤੇ ਭਗਤ ਦਾ ਅਰਥ ਥੋੜਾ ਜਿਹਾ ਮੈਨੂੰ ਸਮਝਣਾ, ਤੁਹਾਨੂੰ ਮੈਂ ਕੋਸ਼ਿਸ਼ ਕਰਾਂਗਾ ਇਹਨੂੰ ਮਾੜਾ ਜਿਹਾ ਖੋਲਣ ਦੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 3 ਰੂਪ ਆਉਣੇ ਇਸ ਸ਼ਬਦ ਦੇ। ਅੱਖ ਜਿਹੜਾ ਇਹ ਭੱਬਾ ਗੱਗਾ ਤੇ ਤੱਤਾ ਜਿਹੜਾ ਸ਼ਬਦ ਹੈ ਨਾ, ਅੱਖਰ ਜਿਹੜਾ ਹੈ, ਇਹਦੇ 3 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਣੇ ਆ। ਤੇ ਇਹਦੀ ਵਿਆਖਿਆ ਜਿਹੜੀ ਹੋਣੀ ਹੈ ਉਹ ਜਿੰਨੇ ਮਰਜ਼ੀ ਵਿਦਵਾਨ ਕਰੀ ਜਾਣ, ਵਿਆਖਿਆ ਸਭ ਨੇ ਇਹਦੀ ਇੱਕੋ ਹੀ ਕਰਨੀ ਹੈ। ਜਦੋਂ ਇਸ ਸ਼ਬਦ ਨੂੰ ਹੁਣ ਤੁਸੀਂ ਦੇਖੋਗੇ ਸਕਰੀਨ ਤੇ ਚੱਲ ਰਿਹਾ, ਭੱਬਾ ਗੱਗਾ ਤੱਤਾ, ਤੱਤੇ ਨੂੰ ਸਿਹਾਰੀ ਹੋਏਗੀ ਇੱਥੇ, ਇਹਦਾ ਅਰਥ ਹੋਇਆ ਭਗਤੀ। ਜੇ ਇਸ ਤੱਤੇ ਨੂੰ ਕੋਈ ਲਗਾ ਮਾਤਰ ਨਾ ਲੱਗੀ ਹੋਵੇ, ਇਹਦਾ ਅਰਥ ਹੋ ਜਾਣਾ ਹੈ ਬਹੁ ਭਗਤ। ਜਦੋਂ ਇਸ ਤੱਤੇ ਨੂੰ ਅਖੀਰਲਾ ਅੱਖਰ ਔਂਕੜ ਆ ਗਿਆ, ਇਹਦਾ ਅਰਥ ਹੋ ਜਾਣਾ ਇੱਕ ਭਗਤ। ਇਹ ਬਸ ਇਹਦੀ ਵਿਆਖਿਆ ਪੱਕੀ ਮਨ 'ਚ ਧਾਰਨ ਕਰ ਲਓ ਵੀ ਜਿਹੜਾ ਭਗਤ ਸ਼ਬਦ ਉਚਾਰਨ 'ਚ ਭਗਤੀ ਹੋਏਗਾ, ਪਰ ਜੇ ਸਿਹਾਰੀ ਆ ਗਈ ਇਹਦਾ ਅਰਥ ਹੋ ਜਾਣਾ ਭਗਤੀ। ਜੇ ਉਹਨੂੰ ਸਿਹਾਰੀ ਨਾ ਆਈ, ਬਹੁ ਵਚਨ ਹੋਏਗਾ, ਕੋਈ ਲਗਾ ਮਾਤਰ ਨਾ ਹੋਈ, ਇਹਦਾ ਅਰਥ ਹੋ ਜਾਣਾ ਬਹੁ ਭਗਤਾਂ ਦੀ ਗੱਲ ਚੱਲ ਰਹੀ ਹੈ। ਜੇ ਤੱਤੇ ਨੂੰ ਔਂਕੜ ਹੋਇਆ, ਇਹਦਾ ਅਰਥ ਹੋ ਜਾਣਾ ਇੱਕ ਭਗਤ। ਮੈਂ ਪ੍ਰਮਾਣ ਵੀ ਦੇ ਦਿੰਦਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਜਦੋਂ ਅਸੀਂ ਸੋਦਰ ਦਾ ਪਾਠ ਕਰਦੇ ਹਾਂ ਤੇ ਤੁਹਾਡੇ ਸਾਹਮਣੇ ਪੰਕਤੀਆਂ ਆ ਜਾਣਗੀਆਂ। ਜਦੋਂ ਮਹਾਰਾਜ ਕਹਿੰਦੇ ਤੇਰੀ ਭਗਤ ਭੰਡਾਰ ਜੀ, ਇਹ ਜਦੋਂ ਅੱਜ ਸ਼ਾਮ ਨੂੰ ਤੁਸੀਂ ਸੋਦਰ ਦਾ ਪਾਠ ਕਰੋਗੇ, ਵੇਖਿਓ ਤੇਰੀ ਭਗਤ ਤੱਤੇ ਨੂੰ ਸਿਹਾਰੀ ਨਾਲ ਆਏਗੀ। ਇਸੇ ਸ਼ਬਦ ਵਿੱਚ ਆਉਣਾ ਤੇਰੇ ਭਗਤ ਸਲਾਹਨ ਤੁਧ ਜੀ। ਉੱਥੇ ਮੁਕਤਾ ਸ਼ਬਦ ਹੋਣਗੇ, ਨਾ ਔਂਕੜ ਹੋਏਗਾ ਨਾ ਸਿਹਾਰੀ ਹੋਏਗੀ। ਜਦੋਂ ਤੁਸੀਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੁਖਮਨੀ ਸਾਹਿਬ ਦੇ ਦਰਸ਼ਨ ਕਰੋਗੇ, ਉਦੋਂ ਮਹਾਰਾਜ ਕਹਿੰਦੇ ਨੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਹਰਿ ਕਾ ਭਗਤ ਪ੍ਰਗਟ ਨਹੀਂ ਸ਼ਬਦ। ਉੱਥੇ ਵੇਖੋਗੇ ਇੱਕ ਵਚਨ ਹੈ, ਇੱਕ ਉਹਨੂੰ ਔਂਕੜ ਲੱਗਾ ਹੋਏਗਾ। ਮੈਂ ਤਾਂ ਕਹਿ ਰਿਹਾ ਇਹ ਜਿਹੜਾ ਸ਼ਬਦ ਚੱਲ ਰਿਹਾ ਹੈ, ਮਹਾਰਾਜ ਕਹਿੰਦੇ ਏਕ ਭਗਤ ਭਗਵਾਨ, ਇੱਥੇ ਅਰਥ ਹੋ ਗਿਆ ਇੱਕ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਜਿਹੜੀ ਹੈ, ਉਹਦਾ ਸਿਮਰਨ, ਉਹਦਾ ਨਾਮ, ਉਹਦੇ ਵਾਹਿਗੁਰੂ ਦਾ ਜਾਪ ਕਰਨਾ। ਮਹਾਰਾਜ ਕਹਿੰਦੇ ਏਕ ਭਗਤ ਭਗਵਾਨ ਦਾ ਅਰਥ ਵਾਹਿਗੁਰੂ ਪਰਮੇਸ਼ਰ ਹੋ ਗਿਆ, ਕਿਉਂਕਿ ਰੱਬ ਦੇ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੇਅੰਤ ਲਏ ਗਏ ਨੇ। ਬੀਟਲ ਵੀ ਆਖਿਆ, ਉਸ ਨੂੰ ਰਾਮ ਵੀ ਕਿਹਾ, ਰਹੀਮ ਵੀ ਕਿਹਾ, ਅੱਲਾ ਵੀ ਕਿਹਾ, ਖੁਦਾ ਵੀ ਕਿਹਾ, ਹਰੀ ਵੀ ਕਿਹਾ, ਬੇਅੰਤ ਨਾਮ ਵਰਤੇ ਨੇ। ਇੱਥੇ ਭਗਵਾਨ ਵੀ ਪਰਮਾਤਮਾ ਨੂੰ ਸੰਬੋਧਨ ਹੈ। ਮਹਾਰਾਜ ਕਹਿ ਰਹੇ ਏਕ ਭਗਤ ਭਗਵਾਨ ਜਿਹੇ ਪ੍ਰਾਨੀ। ਜਿਹੇ ਦਾ ਮਤਲਬ ਹੈ ਜਿਸ ਪ੍ਰਾਣੀ ਦਾ ਅਰਥ ਹੈ ਜਿਹਦੇ ਅੰਦਰ ਪ੍ਰਾਣ ਚੱਲਦੇ ਨੇ। ਆਪਾਂ ਅੱਗੇ ਵੀ ਕਈ ਵਾਰ ਵਿਚਾਰ ਕਰਦੇ ਹੁੰਦੇ ਕਿ ਪ੍ਰਾਣੀ ਸ਼ਬਦ ਪ੍ਰਾਣ ਜਦੋਂ ਚੱਲਦੇ ਆ, ਇਹਨੂੰ ਅਸੀਂ ਮੰਨਣਾ ਹੈ ਇਸ ਤਰ੍ਹਾਂ ਹੈ ਕਿ ਉਹ ਮਰਦ ਹੋਵੇ ਚਾਹੇ ਇਸਤਰੀ ਹੋਵੇ, ਸਾਰਿਆਂ ਦੀ ਗੱਲ ਬਰਾਬਰ ਚੱਲ ਰਹੀ ਹੈ। ਮਹਾਰਾਜ ਕਹਿੰਦੇ ਏਕ ਭਗਤ ਭਗਵਾਨ ਜਿਹੇ ਪ੍ਰਾਨੀ ਕੈ ਨਾਹਿ ਮਨ। ਜਿਸ ਜੀਵ ਦੇ ਮਨ ਵਿੱਚ ਇੱਕ ਪਰਮਾਤਮਾ ਵਾਹਿਗੁਰੂ ਦੀ ਭਗਤੀ ਨਹੀਂ ਹੈ, ਉਹ ਅਗਲੀ ਤੁਕ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਜੈਸੇ ਉਹ ਮਨੁੱਖ ਸਰੀਰ ਭਾਵੇਂ ਉਹਨਾਂ ਦੇ ਮਨੁੱਖਾਂ ਵਰਗੇ ਹੀ ਨੇ। ਬੜਾ ਸ਼ਬਦ ਇਹ ਕਿਉਂਕਿ ਬੋਲਣਾ ਪੈਣਾ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ, ਮੈਂ ਕੋਲੋਂ ਤੇ ਕੁਝ ਕਹਿਣਾ ਨਹੀਂ, ਪਰ ਥੋੜਾ ਜਿਹਾ ਜਿਗਰਾ ਵਿਸ਼ਾਲ ਕਰਕੇ ਸੁਣਿਓ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹ ਸ਼ਬਦ ਤਾਂ ਸੁਣ ਲੈਂਦੇ ਆ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਦੇਵੈ। ਇਹ ਸ਼ਬਦ ਅਸੀਂ ਸੁਣਦੇ ਆ, ਬੜੇ ਝੂਮ ਪੈਂਦੇ ਆ, ਪਰ ਅੱਜ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਇਹਨੂੰ ਵੀ ਸਾਨੂੰ ਸੁਣਨਾ ਪੈਣਾ ਹੈ। ਮਹਾਰਾਜ ਕਹਿੰਦੇ ਨੇ ਕਿ ਏਕ ਭਗਤ ਭਗਵਾਨ ਜਿਹੇ ਪ੍ਰਾਨੀ ਕੈ ਨਾਹਿ ਮਨ। ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਸਰੀਰ ਭਾਵੇਂ ਉਹਨਾਂ ਦੇ ਮਨੁੱਖਾਂ ਵਰਗੇ ਤੁਹਾਨੂੰ ਨਜ਼ਰ ਆਉਂਦੇ ਨੇ, ਪਰ ਜਿਨ੍ਹਾਂ ਅੰਦਰ ਇੱਕ ਪਰਮਾਤਮਾ ਦੀ ਪ੍ਰੇਮਾ ਭਗਤੀ ਨਹੀਂ, ਉਹਨਾਂ ਦੇ ਸਰੀਰ ਤੁਹਾਨੂੰ ਲੱਗਦੇ ਮਨੁੱਖਾਂ ਵਰਗੇ ਨੇ, ਪਰ ਮਹਾਰਾਜ ਕਹਿੰਦੇ ਅਸਲ ਵਿੱਚ ਸੂਰ ਤੇ ਕੁੱਤੇ ਦੀ ਜ਼ਿੰਦਗੀ ਜੀ ਰਹੇ ਨੇ। ਮੈਨੂੰ ਮਾਫ ਕਰਿਓ ਸਾਧ ਸੰਗਤ, ਖਿਮਾ ਕਰ ਦਿਓ। ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਪੜਾਂਗੇ ਅਸੀਂ, ਤੇ ਮਹਾਰਾਜ ਦੇ ਜੋ ਇਹਨਾਂ ਸ਼ਬਦਾਂ ਦੇ ਨਾਲ ਆਪਾਂ ਵਿਆਖਿਆ ਲੈਣੀ ਹੈ ਵੀ ਕਿੰਨੇ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਮਾਣ ਹੈ। ਹੁਣ ਅਗਲਾ ਸ਼ਲੋਕ ਵੀ ਨਾਲ ਹੀ ਲੈ ਲਈਏ। ਮਹਾਰਾਜ ਕਹਿੰਦੇ ਨੇ ਕਿ ਸਵਾਮੀ ਕੋ ਗ੍ਰਹਿ ਜਿਉ ਸਦਾ।
ਕੁੱਤੇ ਦੀ ਉਦਾਹਰਨ ਪਹਿਲੇ ਸ਼ਲੋਕ ਵਿੱਚ ਕੁਝ ਹੋਰ ਆਈ ਹੈ, ਦੂਸਰੇ ਵਿੱਚ ਉਹਦੀ ਉਦਾਹਰਨ ਬਦਲ ਜਾਣੀ ਹੈ। ਮਹਾਰਾਜ ਕਹਿੰਦੇ ਨੇ ਸਵਾਮੀ ਕੋ ਗ੍ਰਹਿ ਜਿਉ ਸਦਾ ਸੁਆਣ ਤਜਤ ਨਹੀਂ ਨਿਤ। ਇਹਦੇ ਅਰਥ ਹੋ ਗਿਆ ਸਵਾਮੀ ਦਾ ਮਤਲਬ ਹੋ ਗਿਆ ਮਾਲਕ, ਘਰ ਦਾ ਮਾਲਕ। ਘਰ ਦੇ ਮਾਲਕ ਨੇ ਕੁੱਤਾ ਰੱਖਿਆ। ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਕਹਿ ਰਹੇ ਨੇ। ਮਹਾਰਾਜ ਕਹਿੰਦੇ ਸਵਾਮੀ ਨੇ, ਮਾਲਕ ਨੇ ਕੁੱਤਾ ਰੱਖਿਆ। ਕੁੱਤਾ ਆਪਣਾ ਮਾਲਕ ਦਾ ਘਰ, ਮਾਲਕ ਦਾ ਦਰ ਕਦੀ ਤਿਆਗਦਾ ਨਹੀਂ, ਕਦੀ ਛੱਡਦਾ ਨਹੀਂ ਹੈ। ਮਹਾਰਾਜ ਕਹਿੰਦੇ ਸਵਾਮੀ ਕੋ ਗ੍ਰਹਿ ਜਿਉ ਸਦਾ ਸੁਆਣ ਤਜਤ ਨਹੀਂ ਨਿਤ, ਨਾਨਕ ਇਹ ਵਿਦ ਹਰ ਭਜੋ। ਮਹਾਰਾਜ ਕਹਿੰਦੇ ਹੈ ਭਾਈ ਇਹ ਤਰੀਕਾ ਅਪਣਾ ਲਓ ਤੁਸੀਂ ਵੀ ਸਾਰੇ ਜਾਣੇ, ਨਾਨਕ ਇਹ ਵਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਹੁਣ ਮਹਾਰਾਜ ਕਹਿੰਦੇ ਨੇ ਦੂਸਰੀ ਉਦਾਹਰਨ ਵੇਖੋ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਨਾ ਗੁਰਮੁਖੋ, ਤੇ ਹਮੇਸ਼ਾ ਉਦਾਹਰਨ ਦਾ ਇੱਕ ਪੱਖ ਲੈਣਾ ਹੁੰਦਾ ਹੈ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਪੜ੍ਹੋਗੇ ਉਦਾਹਰਨ ਦਾ ਇੱਕ ਪੱਖ ਹੋਏਗਾ। ਮੱਛੀ ਦੀ ਉਦਾਹਰਨ ਜਿਹੜੀ ਹੈ ਉਹ ਲੋਭ ਵਾਲੀ, ਲਾਲਚ ਵਾਲੀ ਵੀ ਹੈ, ਤੇ ਮੱਛੀ ਦੀ ਉਦਾਹਰਨ ਪਿਆਰ ਵਾਲੀ ਵੀ ਹੈ। ਕੁੱਤੇ ਦੀ ਉਦਾਹਰਨ ਹਲਕੇ ਵਾਲੀ ਵੀ ਹੈ, ਲੋਭ ਵਾਲੀ ਵੀ ਹੈ। ਉਹਦੀ ਉਦਾਹਰਨ ਸਵਾਮੀ ਨਾਲ ਮਿਲਾਪ ਦੀ ਗੱਲ ਵੀ ਹੈ ਕਿ ਉਹਦੇ ਵਰਗਾ ਤੂੰ ਆਪਣਾ ਉਹਦੇ ਤੋਂ ਸਿੱਖਿਆ ਲੈ ਲੈ। ਮੈਂ ਤਾਂ ਕਹਿਣ ਲੱਗਾ ਕਿ ਜੋ ਅੱਜ ਦਾ ਸ਼ਬਦ ਹੈ ਅਸੀਂ ਕਈ ਵਾਰ ਦੇਖਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੜੇ ਪਿਆਰ ਪ੍ਰੇਮ ਦੇ ਸ਼ਬਦ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਮਹਾਰਾਜ ਕਹਿੰਦੇ ਹੇ ਭਾਈ ਆਵੋ ਪਰਮਾਤਮਾ ਵਾਹਿਗੁਰੂ ਦੀ ਬਾਣੀ ਨੂੰ ਪਿਆਰ ਨਾਲ ਗਾਵੋ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹੋ ਜਿਹੇ ਸ਼ਬਦ ਆਉਣ ਤੇ ਮੈਂ ਸ਼ੁਰੂ 'ਚ ਬੇਨਤੀ ਕਰਨ ਲੱਗਾ ਕਦੀ ਇਹਨਾਂ ਸ਼ਬਦਾਂ ਤੇ ਤਰਕ ਨਹੀਂ ਕਰਨਾ, ਕਦੀ ਇਹ ਨਹੀਂ ਮਨ 'ਚ ਲੈ ਕੇ ਆਉਣਾ ਕਿ ਮਹਾਰਾਜ ਨੇ ਅੱਜ ਬੜੇ ਸਖਤ ਸ਼ਬਦ ਵਰਤੇ ਆ। ਇਹ ਕਦੀ ਆਪਣੀ ਮਨ ਸੋਚ ਵਿੱਚ ਕਦੀ ਇਸ ਨੂੰ ਲੈ ਕੇ ਨਹੀਂ ਆਉਣਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ਬਦ ਕੋਈ ਸਖਤ ਹੁੰਦਾ ਹੈ ਜਾਂ ਮਹਾਰਾਜ ਦਾ ਸ਼ਬਦ ਕੋਈ ਸਾਡੇ ਵਾਸਤੇ ਅਸੀਂ ਜਿਹਨੂੰ ਇਹ ਸਮਝੀਏ ਕਿ ਇਦਾਂ ਕਿਉਂ ਮਹਾਰਾਜ ਨੇ ਕਹਿਤਾ, ਇਹ ਕਦੇ ਨਹੀਂ ਲੈ ਕੇ ਆਉਣਾ। ਮੈਂ ਸ਼ੁਰੂ 'ਚ ਕੁਝ ਬੇਨਤੀਆਂ ਕਰਾਂਗਾ ਕਿ ਗੁਰਮੁਖੋ ਜਦੋਂ ਅਸੀਂ ਸਾਡੇ ਸਤਿਗੁਰੂ ਮਾਂ-ਬਾਪ ਨੇ, ਅਸੀਂ ਉਹਨਾਂ ਦੇ ਧੀਆਂ ਪੁੱਤਰ ਹਾਂ, ਤੇ ਜਦੋਂ ਮਾਂ-ਬਾਪ ਆਪਣੇ ਬੱਚੇ ਨੂੰ ਸਿੱਖਿਆ ਦਿੰਦੇ ਨੇ, ਮੈਂ ਤਾਂ ਬੇਨਤੀ ਕਰਨ ਲੱਗਾ ਜੋ ਸ਼ਬਦਾਂ ਦੀ ਵਿਚਾਰ ਚੱਲਣੀ ਹੈ ਨਾ ਉਹਦੀ ਭੂਮਿਕਾ ਬੰਨਣ ਲਈ ਮੈਂ ਕੁਝ ਤੁਹਾਡੇ ਨਾਲ ਪਹਿਲਾਂ ਸਾਂਝ ਪਾ ਲਵਾਂ। ਜਦੋਂ ਮਾਂ-ਬਾਪ ਆਪਣੇ ਬੱਚੇ ਨੂੰ ਇਹ ਚਾਹੁੰਦੇ ਨੇ ਕਿ ਸਾਡਾ ਪੁੱਤਰ ਪੜ੍ਹਿਆ ਪੜ੍ਹ ਲਿਖ ਜਾਵੇ, ਚੰਗੀ ਜੌਬ ਤੇ ਚਲਿਆ ਜਾਵੇ, ਮਾਂ-ਬਾਪ ਚਾਹੁੰਦੇ ਮੇਰੇ ਪੁੱਤਰ ਤੋਂ ਜਾਂ ਧੀ ਤੋਂ ਮੈਨੂੰ ਹਮੇਸ਼ਾ ਖੁਸ਼ੀ ਮਿਲਦੀ ਰਹੇ, ਫਿਰ ਮਾਂ-ਬਾਪ ਸਾਰਾ ਤਾਣ ਲਾ ਦਿੰਦੇ ਆਪਣੇ ਬੱਚੇ ਨੂੰ ਸੁਧਾਰਨ ਵਾਸਤੇ ਜੇ ਗਲਤ ਤੁਰ ਪਵੇ ਤਾਂ। ਕਈ ਵਾਰ ਤੁਸੀਂ ਦੇਖੋ ਮਾਂ-ਬਾਪ ਆਪਣੇ ਬੱਚੇ ਵਾਸਤੇ ਇਹ ਕੁਝ ਵੀ ਕਰ ਲੈਂਦੇ ਆ ਜਿਹੜਾ ਉਹਨਾਂ ਨੂੰ ਹੁੰਦਾ ਤੇ ਔਖਾ ਹੈ ਪਰ ਕਰਨਾ ਮਜਬੂਰੀ ਬਣ ਜਾਂਦੀ। ਉਦਾਹਰਨ ਚਲੋ ਦੇ ਰਿਹਾ, ਕਿਸੇ ਦਾ ਬੱਚਾ ਨਸ਼ਿਆਂ 'ਚ ਪੈ ਜਾਂਦਾ, ਸਿਰਫ ਉਦਾਹਰਨ ਸਮਝਣ ਵਾਸਤੇ, ਉਹਦਾ ਬੱਚਾ ਨਸ਼ਿਆਂ 'ਚ ਪੈ ਗਿਆ। ਹੁਣ ਮਾਂ-ਬਾਪ ਚਾਹੁੰਦੇ ਆ ਸੁਧਰ ਜਾਣਾ ਚਾਹੀਦਾ ਹੈ, ਮਾਂ-ਬਾਪ ਨੂੰ ਹੋ ਸਕਦਾ ਉਹਨੂੰ ਅੰਦਰ ਵੀ ਬੰਨ੍ਹ ਕੇ ਰੱਖਣਾ ਪਵੇ, ਹੋ ਸਕਦਾ ਉਹਨੂੰ ਸੰਗਲ ਵੀ ਮਾਰਨੇ ਪੈ ਜਾਣ, ਹੋ ਸਕਦਾ ਉਹਨੂੰ ਖਾਣ ਪੀਣ ਨੂੰ ਵੀ ਕੁਝ ਨਾ ਦਿੱਤਾ ਜਾਏ। ਉਹ ਮਾਂ ਦਾ ਹਿਰਦਾ ਦੇਖੋ, ਜਿਹੜੀ ਮਾਂ ਆਪਣੇ ਪੁੱਤ ਨੂੰ ਗਿੱਲੇ ਥਾਂ ਤੋਂ ਸੁੱਕੇ ਥਾਂ ਤੇ ਪਾ ਕੇ ਆਪ ਗਿੱਲੇ ਥਾਂ ਤੇ ਪੈ ਜਾਂਦੀ, ਉਹਦੇ ਵਾਸਤੇ ਹੈ ਤਾਂ ਔਖਾ ਹੈ ਕਿ ਪੁੱਤਰ ਨੂੰ ਕਮਰੇ 'ਚ ਬੰਦ ਕੀਤਾ ਜਾਏ, ਸੰਗਲ ਮਾਰਿਆ ਜਾਏ, ਪਰ ਮਜਬੂਰੀ ਹੈ। ਮਾਂ ਕਹਿੰਦੀ ਮੈਂ ਇਹਨੂੰ ਸੁਧਾਰਨਾ ਹੈ। ਮੈਂ ਤਾਂ ਕਹਿਣ ਲੱਗਾ ਜੋ ਸ਼ਬਦ ਅਸੀਂ ਵਿਚਾਰਨਾ ਪਹਿਲਾਂ ਉਹਦਾ ਦਿਮਾਗ 'ਚ ਮਨ 'ਚ ਲੈ ਕੇ ਆਈ ਵੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਕੀ ਕਹਿਣ ਲੱਗੇ ਨੇ ਸਾਨੂੰ। ਮੈਂ ਇਹੋ ਜਿਹੇ ਪਰਿਵਾਰ ਦੇਖੇ ਹੈ ਜਿਹੜੇ ਪਰਿਵਾਰ ਆਪਣੇ ਬੱਚਿਆਂ ਨੂੰ ਸੁਧਾਰਨ ਦੇ ਲਈ ਦਿਨ ਰਾਤ ਯਤਨ ਕਰਦੇ ਨੇ ਕਿ ਜੇ ਬੱਚਾ ਗਲਤ ਤੁਰ ਪਿਆ ਤਾਂ ਕਹਿੰਦੇ ਕੋਈ ਤਰੀਕਾ ਵੀ ਅਪਣਾ ਲਈਏ। ਜਿੱਥੇ ਕਿਤੇ ਜਿਹੜੇ ਆ ਖੋਲ੍ਹਦੇ ਆ ਨਸ਼ਿਆਂ ਦੇ ਕੈਂਪ, ਉੱਥੇ ਜਾ ਕੇ ਵੀ ਕਈ ਵਾਰ ਬੱਚੇ ਛੱਡ ਕੇ ਆਉਂਦੇ ਆ। ਉਹ ਕਈ ਵਾਰ ਕਹਿੰਦੇ ਆ ਕਿ ਅਸੀਂ ਇਹਨਾਂ ਬੱਚਿਆਂ ਨੂੰ ਹੋ ਸਕਦਾ ਥੋੜਾ ਬਹੁਤਾ ਤਸ਼ੱਦਦ ਵੀ ਕਰੀਏ, ਪਰ ਇਸ ਗੱਲ ਦਾ ਤੁਸੀਂ ਇਹਨਾਂ ਨੂੰ ਸੁਧਾਰਨ ਵਾਸਤੇ ਕਰਨਾ ਪਏਗਾ। ਮੈਂ ਤਾਂ ਕਹਿ ਰਿਹਾ ਮਾਂ-ਬਾਪ ਦੀ ਮਜਬੂਰੀ ਬਣ ਜਾਂਦੀ ਹੈ ਜਦੋਂ ਬੱਚੇ ਨੂੰ ਸੁਧਾਰਨਾ ਹੋਵੇ ਤੇ ਕਈ ਵਾਰ ਉਸ ਨੂੰ ਕੁੱਟਣਾ ਵੀ ਪੈਂਦਾ ਹੈ, ਉਸ ਨੂੰ ਮਾਰਨਾ ਵੀ ਪੈਂਦਾ, ਉਹਨੂੰ ਝਿੜਕਣਾ ਵੀ ਪੈਂਦਾ। ਇਹ ਮਾਂ-ਬਾਪ ਦੇ ਵਾਸਤੇ ਬੱਚੇ ਨੂੰ ਸਾਰਾ ਕੁਝ ਉਹਦੇ ਭਲੇ ਵਾਸਤੇ ਹੋ ਰਿਹਾ ਹੁੰਦਾ। ਇਹ ਗੱਲ ਬੜੀ ਸੋਹਣੀ ਮੈਨੂੰ ਇੱਕ ਵਿਦਵਾਨ ਦੀ ਲੱਗੀ, ਕਹਿੰਦਾ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਵਿੱਚ ਮਾਂ-ਬਾਪ ਦੀ ਕਦੀ ਥੱਪੜ ਨਹੀਂ ਖਾਧੀ ਉਹਨੇ ਮਾਂ-ਬਾਪ ਦਾ ਥੱਪੜ ਵੀ ਨਹੀਂ ਲਿਆ। ਬੜੀ ਗੱਲ ਵਧੀਆ ਲੱਗੀ, ਥੱਪੜ ਤੇ ਥਾਪੜਾ ਜਿਹਨੂੰ ਅਸੀਂ ਕਹਿੰਦੇ ਚਪੇੜ, ਬੜੀ ਪਿਆਰੀ ਮੈਨੂੰ ਗੱਲ ਲੱਗੀ। ਕਹਿੰਦਾ ਜਿਸ ਬੱਚੇ ਨੇ ਮਾਂ-ਬਾਪ ਤੋਂ ਥੱਪੜ ਨਹੀਂ ਖਾਧੀ ਉਹਨੇ ਫਿਰ ਮਾਂ-ਬਾਪ ਦਾ ਕਦੀ ਥਾਪੜਾ ਵੀ ਨਹੀਂ ਲਿਆ। ਗੱਲ ਤੇ ਸਿਰਫ ਇੱਕ ਹੀ ਸ਼ਬਦ ਤੇ ਉਹੀ ਹੈ ਨਾ, ਥੱਪੜ ਹੈ ਤੇ ਥਾਪੜਾ ਹੈ। ਗੁਰਮੁਖੋ ਥਾਪੜਾ ਉਹ ਹੈ ਜਿਹੜਾ ਮਾਂ-ਬਾਪ ਖੁਸ਼ ਹੋ ਕੇ ਦਿੰਦੇ ਹੈ, ਤੇ ਥੱਪੜ ਉਹ ਹੁੰਦਾ ਜਿਹੜਾ ਮਾਂ-ਬਾਪ ਸੁਧਾਰਨ ਵਾਸਤੇ ਕਰਦੇ ਬੱਚੇ ਨੂੰ। ਅਸੀਂ ਆਪਾਂ ਸਾਰੇ ਚਲੋ ਅੱਜ ਦਾ ਸਮਾਂ ਉਹ ਨਹੀਂ ਰਿਹਾ, ਪਰ ਜਿੰਨੀ ਕੁ ਮੇਰੀ ਉਮਰ ਵਾਲੇ ਬੈਠੇ ਹੋ ਤੁਸੀਂ ਸਾਰੇ ਮੇਰੇ ਤੋਂ ਜਦੋਂ ਉੱਪਰਲੀ ਉਮਰ ਵਾਲੇ ਬੈਠੇ ਹੋ ਤਾਂ ਬੜੀ ਚੰਗੀ ਤਰ੍ਹਾਂ ਜਾਣਦੇ ਆ। ਸਿਆਣੇ ਕਹਿੰਦੇ ਹੁੰਦੇ ਸੀ ਰੰਬਾ ਤੇ ਬੱਚਾ ਇਹ ਚੰਡ ਕੇ ਰੱਖਣਾ ਚਾਹੀਦਾ ਹੈ। ਹੁਣ ਤੁਸੀਂ ਨਾ ਜਾ ਕੇ ਨਿਆਣੇ ਕੁੱਟਣ ਲੱਗ ਪਿਓ, ਇੱਥੇ ਨਹੀਂ ਜੀ ਆਪਾਂ ਕਹਿ ਸਕਦੇ ਕੁਝ।
पर ये सियाने कहते होंगे सी ना, ये सब नूं पता है कि बच्चा ते रंबा ये तिखे रखने चाहिए। इसका मतलब सी भी उन्होंने जिंदगी नूं सुधारन लई माँ बाप नूं यतन करते रहना चाहिए। और जिन्हों ने माँ बाप की कुट खाधी है ना, याद रखियो सारी जिंदगी माँ बाप की उस चीज़ को कभी भुलते नहीं है कि इस गल तो मेरी माँ बाप ने मैनू झिड़किया सी, मैनू थप्पड़ मारिया सी, जां मैनू उन्हें आह गल कही सी। मैं तां कहा अज का शब्द इउं समझ लो, जो मैं मेरी भावना ये है कि अज के शब्द में ये समझदा गुरु तेग बहादुर महाराज जी ने लाड भी बड़ा किया, प्यार भी बड़ा किया। जो असीं नहीं मन्ने तो महाराज पोला जा थप्पड़ ला के वेखण लगे भी हुण तुसीं सुण ते सुधर जाओ। इहनूं इउं समझ लो, ये भावना इस तरह बनाउणी असीं अज के शब्द की, तां ये गल समझ आएगी। नहीं तो जो शब्द मैं वरतने ने वो बड़े वेखण नूं लगणगे भी भाई साहब अज किहो जी कथा कर रहे हैं। क्योंकि महाराज कह रहे हैं गुरु तेग बहादुर सच्चे पातशाह, एक भगत भगवान जेह प्राणी कह नाहे मन, जैसे सूकर सुआन नानक मानो ताहे तन। हुण महाराज कहते जिस हिरदे विच स्वामी का सिमर नहीं, जिस हिरदे विच परमात्मा की याद नहीं, महाराज कहते उहदा बाहरी तौर पर भावें मनुख वर्गा जीवन है पर वो जी रहा सूर ते कुत्ते वाली जिंदगी। हुण गुरु ग्रंथ साहिब चों आपां वचन लैणे ने बाकी ने, जदों गुरु ग्रंथ साहिब के दर्शन करांगे तो महाराज दे वचन ने करतूत पशु की, ये सुखमनी साहिब की बाणी है, सब नूं याद आ गया शब्द करतूत पशु की। ते है कि असी मानस जात, मार के है मनुख पर कम पशुओं वाले कर रहे हैं। करतूत पशु की मानस जात, लोग विचारा करे दिन रात, बाहर भेक अंतर मल माया, शब्द नाहे कश करे छुपाया, बाहर ज्ञान ध्यान इशनान, अंतर व्यापै लोभ सवान। मैं अपने मन को समझा रहा, मैं अपने मन वास्ते कथा कर रहा हाँ गुरमुखो, तुहानू नहीं। मैं अपने मन को कह रहा, मना तू किते अपनी जिंदगी सूर ते कुत्ते वर्गी तो नहीं जी रहा। गुरु तेग बहादुर साहब जो कह रहे हैं, महाराज कहते करतूत पशु की मानस जात, लोग विचारा करे दिन रात, बाहर भेक अंतर मल माया, शब्द नाहे कश करे छुपाया, बाहर ज्ञान ध्यान इशनान, अंतर व्यापै लोभ सवान, अंतर अगन बाहर तन स्वा, गल पाथर कैसे तरे था। महाराज कहते पत्थर गल च पा के तो तू कह मैं समुद्र पार कर जाऊंगा, तू समुद्र नहीं पार कर सकता। आओ गुरु ग्रंथ साहिब चो होर दर्शन करिए। जो सतगुरु की बाणी चो देखते हैं ना, तो महाराज कहते ने कबीर साकर ते सूकर भला, दो शब्द चल रहे, एक सूर एक कुत्ता। कबीर साहब कहते कबीर साकर ते सूकर भला, राखै आशा गांव को, साकत बपड़ा मर गया कोई न लै है नाम। भगत कबीर साहब जी कहते रब तो टुटे हुए बंदे नालों ते सूर चंगा, जिहड़ा गंदगी खा के ते लोग जदों उस गली विच दी लोग उहनूं याद करदे, जे कल नूं मर जाए लोग कहते ते सूर हुंदा सी ते ओह सफाई कर छड्डदा सी। मार कहते बंदिया तेरे नालों ते ओह सूर चंगा जिहनूं याद कीता जा रहा। मैं तां कहा अज दे शब्द थोड़े जिहे इस तरह चलने ने, इस करके मेरी बेनती है मैं गुरु ग्रंथ साहिब की बाणी च जो भी कहना है। हुण महाराज दा वचन है सहस्कृति विच असीं कित्थे वरत रहे हैं। महाराज कहते उद्यान बसनं संसारं, महाराज कहते जीव कित्थे रह रहे हैं। उद्यान, उद्यान का मतलब जंगल, उद्यान बसनं संसारं, संसार रह रहा जंगल विच, जंगल दे विच भटक रहा बंदा। ते इहदे रिश्तेदार किहड़े ने बई, जो जंगल च ही रह रहा तो फिर रिश्तेदार जंगल च कौन ने साडे। ये वचन गुरु अर्जुन देव जी का है। महाराज कहते उद्यान बसनं संसारं, समान संबंधी, संबंधी का मतलब होता साख संबंधी रिश्तेदार। कौन ने भाई रिश्तेदार? महाराज कहते संबंधी समान सियाल खरा। ये अर्थ हो गया, समान का अर्थ हो गया कुत्ता, सियाल कहते ने गिदड़ नूं, ते महाराज कहते खरे का खर का अर्थ होंदा खोता। खिमा करियो साध संगत, महाराज कहते असीं रह रहे हैं जंगल च, ते जंगल च रह रहा बंदा ते इहदे रिश्तेदार किहड़े ने भी उत्थे जंगल च। महाराज कहते रिश्तेदार इहदे ने कुत्ते, रिश्तेदार ने इहदे गिदड़, रिश्तेदार ने इहदे महाराज कहते ने खोता गधे। मैं तां शुरू च कहा यह गुरमुखों जो असीं इस शब्द की मैं पूरी वीक दे विच जो व्याख्या करनी थी, मैं पूरी वीक वो स्टडी करदा उहदे ते भी की इहदे बारे महाराज तुसीं किस तरह सेवा लओगे। फिर जो जो महाराज किरपा करते हैं, जिहड़े जिहड़े प्रमाण सामने आउंदे, जो मैं उहदी व्याख्या करदा जां समझदा, फिर आउंदा महाराज सच्चे पातशाह किरपा करियो बख्श दिओ जे ये जिहड़े शब्द तुसीं वरते ने महाराज साडे भले वास्ते वरते ने। हुण असीं देखना भी ये महाराज बिरती किहड़ी दी गल कर रहे ने। है मनुख उन्होंने कह रहे हैं कि सूर की जिंदगी जी रहा है, कुत्ते की जिंदगी जी रहा है। महाराज क्यों कह रहे हैं? क्योंकि बिरती की गल है, बुद्धि की गल है। बुद्धि किहड़े तालुक ते जी रही है साडी। एक वचन होर आपां कह लईए गुरु ग्रंथ साहिब दे विचों, वो है सहस्कृति का।
ਜਿਹੜਾ ਮੈਂ ਪਹਿਲਾਂ ਸੁਣਾਇਆ ਇਹ ਵੀ ਸਹਿਜ ਕਿਰਤੀ ਦਾ ਸੀ ਸ਼ਬਦ ਕਿ ਉਦਿਆਨ ਬਸਨੰ ਸੰਸਾਰਨ ਸਰਬੰਧੀ ਸਵਾਨ ਸਿਆਲ ਖਰੇ। ਉੱਥੇ ਜੰਗਲਾਂ 'ਚ ਭਟਕ ਰਹੇ ਆ ਤੇ ਸਰਬੰਧੀ ਸਾਡੇ ਕੁੱਤੇ ਨੇ, ਗਧੇ ਨੇ ਤੇ ਉੱਥੇ ਗਿੱਦੜ ਨੇ। ਮਹਾਰਾਜ ਉੱਥੇ ਹੀ ਸ਼ਬਦ ਵਿੱਚ ਕਹਿ ਰਹੇ ਨੇ ਸਹਿਜ ਕਿਰਤੀ ਵਿੱਚ, ਗੁਰਮੰਤਰਹੀਨ ਸਜੋ ਪ੍ਰਾਣੀ। ਮਹਾਰਾਜ ਕਹਿੰਦੇ ਜਿਹੜਾ ਰੱਬ ਪਰਮਾਤਮਾ ਦੇ ਨਾਮ ਤੋਂ ਹੀਣਾ ਮਨੁੱਖ ਹੈ, ਗੁਰਮੰਤਰਹੀਨ ਸਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟਣਾ ਹੈ। ਮਹਾਰਾਜ ਕਹਿੰਦੇ ਉਹਦੇ ਜਨਮ ਨੂੰ ਤਰਕਾਰ ਹੈ। ਕਿਉਂ ਕਿਹਾ? ਮਹਾਰਾਜ ਕਹਿੰਦੇ ਜ਼ਿੰਦਗੀ ਪਤਾ ਕਿਹੜੀ ਜੀ ਰਿਹਾ? ਕੂਕਰੈ, ਸੂਕਰੈ, ਗਰਦਵੈ, ਕਾਕੈ, ਸਰਪਣੈ, ਤੁਲ ਖਲੈ। ਇਹਦੇ ਅਰਥ ਕਰਨੇ ਪੈਣੇ ਆ। ਕੂਕਰੇ ਦਾ ਅਰਥ ਹੋ ਗਿਆ ਕੁੱਤਾ, ਸੂਕਰੇ ਦਾ ਅਰਥ ਹੋ ਗਿਆ ਸੂਰ, ਕਾਕੇ ਦਾ ਅਰਥ ਹੋ ਗਿਆ ਕਾਂ, ਸਰਪਣੇ ਦਾ ਅਰਥ ਹੋ ਗਿਆ ਸੱਪ। ਮਹਾਰਾਜ ਕਹਿੰਦੇ ਨੇ ਕੂਕਰੈ, ਸੂਕਰੈ, ਗਰਦਵੈ, ਗਰਦਵੈ ਦਾ ਅਰਥ ਹੋ ਗਿਆ ਗਧਾ। ਮਹਾਰਾਜ ਕਹਿੰਦੇ ਕੂਕਰੈ, ਸੂਕਰੈ, ਗਰਦਵੈ, ਕਾਕੈ, ਸਰਪਣੈ, ਸਰਪ ਦਾ ਸਰਪ, ਤੁਲ ਇਹਦੇ ਬਰਾਬਰ, ਖਰੈ, ਖਰੇ ਦਾ ਅਰਥ ਹੋ ਗਿਆ ਗਧਾ। ਹੁਣ ਮਹਾਰਾਜ ਨੇ ਕਿਹਾ ਉਹ ਜੀਵ ਜਿਹੜਾ ਹੈ ਉਹ ਜ਼ਿੰਦਗੀ ਇਸ ਤਰ੍ਹਾਂ ਦੀ ਆਪਣੀ ਬਤੀਤ ਕਰ ਰਿਹਾ ਹੈ। ਮੈਨੂੰ 30 ਸਾਲ ਪੁਰਾਣੀ ਗੱਲ ਚੇਤੇ ਆ ਗਈ ਹੁਣੇ। ਤੁਸੀਂ ਕਹੋਗੇ ਵੀ 30 ਸਾਲ ਪਹਿਲਾਂ ਵੀ ਬਾਬਾ ਕਥਾ ਕਰਦਾ ਸੀ? ਉਦੋਂ ਅਜੇ ਕਥਾ ਨਹੀਂ ਸੀ ਮੈਂ ਕਰਦਾ, ਬਸ ਇੰਨਾ ਸੀ ਵੀ ਯਤਨ ਕਰਦਾ ਸੀ। ਉਦੋਂ ਮੈਂ ਮੇਰੇ ਘਰ ਦੇ ਸਾਹਮਣੇ ਗੁਰਦੁਆਰਾ ਸੀ। ਮੈਂ ਆਪਣੀ ਕਦੀ ਨਿੱਜੀ ਗੱਲ ਨਹੀਂ ਕਦੀ ਕੀਤੀ, ਪਰ ਜ਼ਰੂਰੀ ਬਣ ਗਈ ਅੱਜ ਦੇ ਸ਼ਬਦ ਨਾਲ ਸੰਬੰਧਿਤ। ਸਿਰਫ ਥੋੜੇ ਜਿਹੇ ਮਿੰਟਾਂ 'ਚ ਕਹਿ ਦੇਣੀ ਮੈਂ। ਮੇਰੇ ਘਰ ਦੇ ਸਾਹਮਣੇ ਗੁਰਦੁਆਰਾ ਸੀ ਤੇ ਮੈਂ ਉਦੋਂ ਅਜੇ ਤੁਸੀਂ ਕੱਲ ਵੀ ਅੱਜ ਤੋਂ 30 ਸਾਲ ਪਹਿਲਾਂ ਬਚਪਨਾ ਹੀ ਸੀ ਅਜੇ। ਤੇ ਉਦੋਂ ਮੈਂ ਕਿਤਾਬ ਲੈ ਲੈਣੀ ਮਸਕੀਨ ਸਾਹਿਬ ਦੀ ਜਾਂ ਜਸਵੰਤ ਸਿੰਘ ਪਰਵਾਨਾ ਦੀ ਜਾਂ ਜਿਹੜੇ ਗੁਰਮਤਿ ਮਾਰਗ ਇਸ ਤਰ੍ਹਾਂ ਜਿਹੜੇ ਰਸਾਲੇ ਨਿਕਲਦੇ ਹੁੰਦੇ ਸਨ, ਉਹ ਰਸਾਲੇ ਜਾਂ ਲੈਣੇ ਕਿਤਾਬ ਲੈਣੇ। ਮੈਂ ਗੁਰਦੁਆਰੇ ਜਾ ਕੇ ਘਰ ਦੇ ਸਾਹਮਣੇ ਹੁੰਦਾ ਸੀ, ਜਾ ਕੇ ਸਪੀਕਰ ਲਾ ਲੈਣਾ, ਜੋ ਕਿਤਾਬ 'ਚ ਲਿਖਿਆ ਸੀ ਪੜ੍ਹ ਕੇ ਸੁਣਾ ਦੇਣਾ। ਵੀ ਉਦੋਂ ਇਸ ਤਰ੍ਹਾਂ ਮੈਂ ਕੋਸ਼ਿਸ਼ ਕਰ ਰਿਹਾ ਸੀ ਵੀ ਚਲੋ ਜੇ ਇੱਧਰ ਲੱਭਣੇ ਤੁਰਿਆ ਜਾਏ ਤਾਂ ਉਹ ਜੋ ਕਿਤਾਬ 'ਚ ਲਿਖਿਆ ਸੀ ਮੈਂ ਪੜ੍ਹ ਕੇ ਸੁਣਾ ਦਿੰਦਾ ਸੀ। ਇੱਕ ਰਸਾਲੇ ਵਿੱਚੋਂ ਮੈਂ ਪੜ੍ਹ ਕੇ ਸੁਣਾ ਰਿਹਾ ਸੀ ਤੇ ਉਸ ਰਸਾਲੇ ਵਿੱਚ ਤੁਕਾਂ ਆ ਗਈਆਂ, ਗੁਰਮੰਤਰਹੀਨ ਸਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟਣਾ, ਕੂਕਰੈ, ਸੂਕਰੈ, ਗਰਦਵੈ, ਕਾਕੈ, ਸਰਪਣੈ, ਤੁਲ ਖਲੇ। ਜੋ ਲਿਖਿਆ ਸੀ ਮੈਂ ਪੜ੍ਹ ਕੇ ਸੁਣਾ ਦਿੱਤਾ ਕਿਉਂਕਿ ਉਹ ਵਿਦਵਾਨਾਂ ਦੇ ਲਿਖੇ ਸਨ। ਜਦੋਂ ਮੈਂ ਪੜ੍ਹ ਕੇ ਸੁਣਾਇਆ ਤੇ ਉਸੇ ਵੇਲੇ ਪਿੰਡ 'ਚ ਤੁਹਾਨੂੰ ਪਤਾ ਵੈਸੇ ਬੋਲਣਾ ਬੜਾ ਔਖਾ ਹੁੰਦਾ ਹੈ, ਤੇ ਉਸੇ ਵੇਲੇ ਜਿਹੜੇ ਬਜ਼ੁਰਗ ਸੀ ਜਾਂ ਜਿਹੜੇ ਮੇਰੇ ਤੋਂ ਵੱਡੀ ਉਮਰ ਦੇ ਸੀ ਉਸੇ ਵੇਲੇ ਆ ਗਏ। ਕਹਿੰਦੇ ਵੀ ਇਹਨੇ ਅੱਜ ਸਾਰੇ ਪਿੰਡ ਨੂੰ ਕਿਹਾ, ਪਿੰਡ ਦੇ ਲੋਕ ਗਧੇ ਨੇ, ਸੂਰ ਨੇ, ਕੁੱਤੇ ਨੇ। ਉਹਨਾਂ ਕੋਲ ਕਿਉਂਕਿ ਜਦੋਂ ਬੰਦਾ ਗੱਲ ਬਣਾਉਂਦਾ ਫਿਰ ਵੱਧ ਕੇ ਬਣਾ ਦਿੰਦਾ ਨਾ। ਉਹਨੇ ਕਿਹਾ ਪਿੰਡ ਵਾਲਿਆਂ ਨੂੰ ਇਹਨੇ ਕਹਿ ਦਿੱਤਾ। ਉਹ ਗੱਲ ਚਲੇਗੀ ਸਰਪੰਚ ਦੇ ਕੋਲੇ। ਸਰਪੰਚ ਚੰਗੇ ਸੀ, ਚਲੋ ਅੱਜ ਵੀ ਉਹ ਚੰਗੇ ਦਾ ਮਤਲਬ ਅੱਜ ਵੀ ਹੈਗੇ ਨੇ, ਮੇਰੇ ਬੜੇ ਮਿੱਤਰ ਨੇ। ਤੇ ਉਦੋਂ ਉਹ ਵੀ ਜੰਗ ਉਮਰ 'ਚ ਹੀ ਸੀ ਤੇ ਉਹਨਾਂ ਕੋਲੇ ਗੱਲ ਚਲੇਗੀ ਬਾਣੀ ਦਾ। ਭਾਵੇਂ ਉਹਨਾਂ ਨੂੰ ਆਪ ਘੱਟ ਪਤਾ ਸੀ ਪਰ ਉਹਨਾਂ ਦੇ ਮਾਤਾ ਜੀ ਨਿੱਤ ਗੁਰਦੁਆਰੇ ਆਉਂਦੇ ਸੀ, ਉਹ ਗੁਰਬਾਣੀ ਨੂੰ ਚੰਗੀ ਤਰ੍ਹਾਂ ਜਾਣੂ ਸੀ। ਉਹਨਾਂ ਕੋਲ ਗੱਲ ਚਲੇਗੀ। ਉਹ ਕਹਿੰਦੇ ਵੀ ਉਹ ਜਿਹੜਾ ਮੁੰਡਾ ਆਪਣੇ ਪਿੰਡ ਨਵਾਂ ਜਿਹੜਾ ਪੱਟੀਓਂ ਆਇਆ ਬਾਬਿਆਂ ਨਾਲ ਰਹਿੰਦਾ ਸੀ, ਉਹ ਪਿੰਡ 'ਚ ਆ ਕੇ ਨਵਾਂ ਕੰਮ ਸ਼ੁਰੂ ਕਰ ਲਿਆ। ਕਿ ਤਾਂ ਸਪੀਕਰ ਫੜ ਕੇ ਲੱਗ ਪੈਂਦਾ ਤੜਕੇ ਬੋਲਣ ਤੇ ਦੂਜਾ ਪਤਾ ਨਹੀਂ ਕੀ ਬੋਲੀ ਜਾਂਦਾ ਹੈ। ਉਹ ਜਦੋਂ ਗੱਲ ਸਰਪੰਚ ਕੋਲੇ ਚਲੇ ਗਈ ਉਹਨੇ ਮੈਨੂੰ ਸੱਦਿਆ, ਕਹਿੰਦਾ ਵੀ ਉਹ ਆਇਓ ਜੇ ਘਰੇ। ਮੈਂ ਚਲੇ ਗਿਆ। ਕਹਿੰਦਾ ਅੱਜ ਕਥਾ ਕਿਹੜੀ ਕੀਤੀ? ਮੈਂ ਕਿਹਾ ਜੋ ਰਸਾਲੇ 'ਚ ਲਿਖੀ ਸੀ ਮੈਂ ਕਰ ਦਿੱਤੀ। ਕਹਿੰਦਾ ਕਿੱਥੇ ਆ ਰਸਾਲਾ? ਮੈਂ ਰਸਾਲਾ ਨਾਲ ਹੀ ਲੈ ਗਿਆ। ਮੈਂ ਆਂਦਾ ਵੀ ਇਹ ਗੁਰੂ ਗ੍ਰੰਥ ਸਾਹਿਬ 'ਚ ਹੈਗਾ ਜਿਹੜਾ ਸ਼ਬਦ ਪੜ੍ਹਿਆ। ਮੈਂ ਕਿਹਾ ਪੰਨਾ ਵੀ ਲਿਖਿਆ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆ ਇਸ ਪੰਨੇ ਦੇ ਉੱਤੇ ਹੈ। ਕਹਿੰਦਾ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਨਾ। ਮੈਂ ਕਿਹਾ ਲਿਖਿਆ, ਆਵੇ ਕੋ ਪੰਨਾ ਲਿਖਿਆ। ਉਹ ਪਿੰਡ ਵਾਲਿਆਂ ਨੂੰ ਕਹਿੰਦਾ ਇਹਨੇ ਆਪਣੇ ਕੋਲੋਂ ਕੁਝ ਨਹੀਂ ਕਿਹਾ, ਇਹ ਜਿਹਨੂੰ ਰੋਜ਼ ਮੱਥੇ ਟੇਕਦੇ ਜੇ ਉਹਨੇ ਕਿਹਾ, ਜਿਹਨੂੰ ਰੋਜ਼ ਮੱਥੇ ਟੇਕਦੇ ਜੇ ਉਸਨੇ ਕਿਹਾ। ਉਹ ਕਹਿੰਦੇ ਇਹਨੂੰ ਕਹੋ ਵੀ ਇਹੋ ਜੀ ਨਾ ਕਰੇ ਫਿਰ, ਬਾਕੀ ਜੋ ਮਰਜ਼ੀ ਸੁਣਾਈ ਜਾਵੇ ਪਰ ਇਦਾਂ ਦੀ ਗੱਲ ਆ ਜੇ ਤਾਂ ਨਾ ਸੁਣਾਇਆ ਕਰੇ। ਚੱਲ ਮੈਨੂੰ ਕਹਿੰਦਾ ਤੂੰ ਬੱਚਾ ਅਜੇ ਵੀ ਇਦਾਂ ਦੀ ਗੱਲ ਪਿੰਡ 'ਚ ਤੈਨੂੰ ਪਤਾ ਵੈਸੇ ਬੜੀ ਔਖੀ ਹੁੰਦੀ ਪਿੰਡ 'ਚ, ਚੱਲ ਨਾ ਇਦਾਂ ਦੀ ਗੱਲ ਕਰਿਆ ਕਰ। ਮੈਂ ਤਾਂ ਕਿਹਾ ਵੀ 30 ਸਾਲ ਪਹਿਲਾਂ ਦੀ ਮੈਨੂੰ ਗੱਲ ਚੇਤੇ ਆ ਗਈ ਆ ਸ਼ਬਦ ਪੜ੍ਹਨ ਨਾਲ ਕਿ ਗੁਰਮੰਤਰਹੀਨ ਸਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟਣਾ, ਕੂਕਰੈ, ਸੂਕਰੈ, ਗਰਦਵੈ, ਕਾਕੈ, ਸਰਪਣੈ, ਤੁਲ ਖਲੇ। ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਜਿਹੜਾ ਬੰਦਾ ਰੱਬ ਪਰਮਾਤਮਾ ਤੋਂ ਟੁੱਟਾ ਹੋਇਆ ਉਹ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾ। ਹੁਣ ਆਪਾਂ ਇਹ ਵੇਖਣਾ ਵੀ ਮਹਾਰਾਜ ਇਹ ਸ਼ਬਦ ਜੇ ਸਾਨੂੰ ਕਹਿ ਰਹੇ ਨੇ ਤੇ ਝਾਤ ਮਾਰ ਕੇ ਦੇਖੀਏ ਅਸੀਂ ਜੀ ਰਹੇ ਹਾਂ ਕਿ ਨਹੀਂ ਜੀ ਰਹੇ। ਹੁਣ ਸੂਰ ਦਾ ਕੰਮ ਕੀ ਹੈ? ਮੈਲ ਖਾਣੀ। ਤੇ ਕੁੱਤੇ ਦਾ ਕੰਮ ਕੀ ਹੈ? ਹਲਕਾ ਹੋ ਜਾਏ ਤੇ ਮਾਲਕ ਨੂੰ ਕੱਟ ਦੇਣਾ। ਇਹ ਅਸੀਂ ਹੁਣ ਆਪਣੇ ਤੇ ਢਕਾ ਕੇ ਦੇਖਣਾ। ਜੇ ਤਾਂ ਅਸੀਂ ਦਿਨ ਰਾਤ ਨਿੰਦਿਆ 'ਚ ਰਹਿ ਰਹੇ ਹਾਂ, ਨਿੰਦਿਆ ਕਰ ਰਹੇ ਹਾਂ, ਸੁਣ ਰਹੇ ਹਾਂ, ਨਿੰਦਿਆ 'ਚ ਮਸਤ ਹਾਂ, ਤੇ ਖਿਮਾ ਕਰਿਓ ਮੈਂ ਨਹੀਂ ਕਹਿ ਰਿਹਾ, ਮਹਾਰਾਜ ਕਹਿੰਦੇ ਸੂਰ ਵਰਗੀ ਜ਼ਿੰਦਗੀ ਜੀ ਰਿਹਾ ਹੈ। ਇਹ ਵੀ ਮੈਂ ਗੁਰੂ ਗ੍ਰੰਥ ਸਾਹਿਬ 'ਚੋਂ ਕਹਿਣਾ ਜਿਹੜੀ ਅਰਥ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਦਾ ਬਚਨ ਹੈ। ਮਹਾਰਾਜ ਕਹਿ ਰਹੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਲੱਭ ਕੁੱਤਾ। ਮੈਂ ਤਾਂ ਕਹਿ ਰਿਹਾ ਵੀ ਇਹ ਜਿਹੜੇ ਸ਼ਬਦ ਨੇ ਅਸੀਂ ਆਪਣੀ ਜ਼ਿੰਦਗੀ 'ਚ ਟਿਕਾਉਣਾ। ਇਹ ਵਿਆਖਿਆ ਉਹਨਾਂ ਜਾਨਵਰਾਂ ਵਾਸਤੇ ਨਹੀਂ, ਸਾਡੇ ਵਾਸਤੇ ਵਿਆਖਿਆ ਹੈ। ਮਹਾਰਾਜ ਕਹਿੰਦੇ ਲੱਭ ਕੁੱਤਾ, ਜੇ ਅੰਦਰ ਲੋਭ ਹੈ ਤੇ ਇਹਦਾ ਮਤਲਬ ਕੁੱਤੇ ਵਰਗਾ ਜੀਵਨ ਜੀ ਰਹੇ ਹਾਂ ਅਸੀਂ। ਲੱਭ ਕੁੱਤਾ, ਕੂੜ ਚੂੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ।
ਇਹਦੇ ਅਰਥ ਕਿਤੇ ਜਾ ਕੇ ਵੇਖ ਲਿਓ, ਆਪਣੇ ਮੋਬਾਈਲ ਫੋਨਾਂ ਤੇ ਵੇਖ ਲਿਓ। ਜੇ ਮੇਰੇ ਤੇ ਯਕੀਨ ਨਾ ਹੋਇਆ ਤਾਂ ਉੱਥੇ ਵੇਖ ਲਿਓ ਵੀ ਬਾਬੇ ਨੇ ਜੋ ਅਰਥ ਕੀਤੇ ਕੋਲੋਂ ਤਾਂ ਨਹੀਂ ਕਰ ਗਿਆ। ਲੱਭ ਕੁੱਤਾ ਕੂੜ ਜੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ। ਇਹਦੇ ਅਰਥ ਪਤਾ ਕੀ ਨੇ ਜਿਹੜੇ ਵਿਦਵਾਨਾਂ ਨੇ ਕੀਤੇ? ਉਹ ਕਹਿੰਦੇ ਮੈਲਾ ਖਾ ਲੈਣਾ ਮੂੰਹ ਦੇ ਨਾਲ, ਇਹ ਨਿੰਦਿਆ ਇਹਨੂੰ ਕਹਿੰਦੇ ਨੇ। ਇੱਕ ਵਾਰੀ ਨਿੰਦਿਆ ਕਰਨੀ, ਦੂਜੇ ਬੰਨੇ ਕੋਈ ਮੈਲਾ ਖਾ ਲੈਣਾ ਮੂੰਹ ਨਾਲ, ਤੇ ਸੂਰ ਮੈਲਾ ਹੀ ਖਾ ਰਿਹਾ ਨਾ। ਮੈਨੂੰ ਮੈਂ ਤਾਂ ਜਦੋਂ ਬਾਰ-ਬਾਰ ਸੋਚ ਰਿਹਾ ਸੀ ਕਿ ਮਹਾਰਾਜ ਸਾਡੀ ਗੱਲ ਕਰਦੇ ਹੋ, ਤੁਸੀਂ ਕਿਸੇ ਦੀ ਨਹੀਂ ਕਰ ਰਹੇ। ਮਹਾਰਾਜ ਸਾਨੂੰ ਸਮਝਾ ਰਹੇ ਹੋ ਬੰਦਿਆ। ਤੇਰੇ ਪੋਲੀ ਜੀ ਚਪੇੜ ਅੱਜ ਗੁਰੂ ਮਾਰ ਕੇ ਵੇਂਦਾ ਕਿ ਸ਼ਾਇਦ ਕਿਤੇ ਸਮਝ ਆਏ, ਸ਼ਾਇਦ ਕਿਤੇ ਇਹਦਾ ਜੀਵਨ ਬਦਲ ਜਾਏ। ਮਹਾਰਾਜ ਕਹਿੰਦੇ ਨੇ ਸੂਰ ਵਰਗੀ ਜ਼ਿੰਦਗੀ ਕੌਣ ਜੀ ਰਿਹਾ? ਜਿਹੜਾ ਬੰਦਾ ਦਿਨ ਰਾਤ ਨਿੰਦਿਆ 'ਚ ਗ੍ਰਸਤ ਰਹਿੰਦਾ ਹੈ। ਅੱਜ ਦਾ ਬਚਨ ਜੋ ਚੱਲ ਰਿਹਾ ਮੈਂ ਉਹਦੀ ਵਿਆਖਿਆ ਹੀ ਕਰ ਰਿਹਾ। ਮਹਾਰਾਜ ਕਹਿੰਦੇ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ। ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ, ਮੈਲਾ ਉਹ ਬੰਦਾ ਜੇ ਨਿੰਦਿਆ ਕਰ ਰਿਹਾ ਤੇ ਮੈਲ ਖਾ ਰਿਹਾ, ਤੇ ਮੈਲ ਹਮੇਸ਼ਾ ਸੂਰ ਖਾ ਰਿਹਾ। ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਕੁੱਤੇ ਵਰਗਾ ਜੀਵਨ, ਕਿਉਂਕਿ ਦੋ ਗੱਲਾਂ ਚੱਲ ਰਹੀਆਂ ਨੇ। ਇੱਕ ਭਗਤ ਭਗਵਾਨ ਜੇ ਪ੍ਰਾਨੀ ਕਹਿ ਨਾਹੇ ਮਨ, ਜੈਸੇ ਸ਼ੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਹੁਣ ਤਨ ਤੇ ਬੰਦੇ ਵਰਗਾ, ਪਰ ਕੁੱਤੇ ਵਰਗੀ ਜ਼ਿੰਦਗੀ ਕਿੱਦਾਂ ਹੋ ਗਈ? ਇਹਦੀ ਮੈਂ ਉਦਾਹਰਨ ਤੁਹਾਨੂੰ ਇਤਿਹਾਸ ਤੋਂ ਦੇ ਦਿੰਦਾ ਹਾਂ। ਤੁਸੀਂ ਦੇਖੋ 7 ਤੇ 9 ਸਾਲ ਦੀ ਉਮਰ ਹੈ, ਮਾਸੂਮ ਨੇ। ਚਲੋ ਮੈਂ ਮਾਸੂਮ ਸ਼ਬਦ ਵਰਤ ਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਨੇ। 7 ਤੇ 9 ਸਾਲ। ਦੂਜੇ ਬੰਨੇ 80 ਸਾਲ ਦੀ ਬਿਰਧ ਮਾਂ ਹੈ, ਤੇ ਆਪਣਾ ਸਮਝ ਕੇ ਘਰੇ ਚਲੇ ਗਏ ਉਹਦੇ। ਮੈਂ ਤਾਂ ਕਹਿ ਰਿਹਾ ਹੈ ਬੰਦਾ, ਤੁਸੀਂ ਦੇਖਿਓ ਜ਼ਿੰਦਗੀ ਕੁੱਤੇ ਵਰਗੀ ਜੀ ਰਿਹਾ ਹੋ। ਜੋ ਅੱਜ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਉਹ ਆਪਣਾ ਸਮਝ ਕੇ ਘਰੇ ਚਲੇ ਗਏ ਉਹਦੇ, ਵੀ ਆਪਣਾ ਮਿਲ ਪਿਆ। ਜਦੋਂ ਘਰੇ ਚਲੇ ਗਿਆ, ਅੰਦਰ ਹਲਕੇ ਕੁੱਤੇ ਨੇ ਇੰਨਾ ਭੌਂਕਿਆ, ਇੰਨਾ ਭੌਂਕਿਆ, ਉਹਨੇ ਕਿਹਾ ਸਰਕਾਰ ਤੋਂ ਵੀ ਇਨਾਮ ਮਿਲ ਜਾਏਗਾ ਤੇ ਇਧਰੋਂ ਵੀ ਮਿਲ ਜਾਣਾ ਹੈ। ਇਹ ਕੁੱਤੇ ਵਰਗੀ ਜ਼ਿੰਦਗੀ ਨਹੀਂ ਤੇ ਹੋਰ ਕੀ ਹੈ? ਬੰਦਾ ਹੈ ਮਨੁੱਖ, ਕਰਤੂਤ ਪਸ਼ੂ ਕੀ। ਮਾਨਸ ਜਾਤ ਜਾ ਕੇ ਕਹਿ ਦਿੱਤਾ ਕਿ ਮੈਨੂੰ ਤੁਸੀਂ ਮੇਰੇ ਘਰ ਆ ਜਾਓ। ਉੱਥੇ ਮੇਰੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਵੀ ਨੇ ਤੇ ਉਹਨਾਂ ਦੀ ਮਾਤਾ ਵੀ ਮੇਰੇ ਘਰ ਵਿੱਚ ਹੈ। ਇਸ ਹਲਕੇ ਕੁੱਤੇ ਨੇ ਆਪਣੇ ਮਾਲਕ ਨੂੰ ਵੀ ਵੱਢ ਦਿੱਤਾ। ਸਤਿਗੁਰੂ ਦੇ ਘਰ ਵਿੱਚ ਰਹਿਣ ਵਾਲਾ, ਉੱਥੋਂ ਦੀ ਰਹਿਮਤ ਲੈਣ ਵਾਲਾ, ਬਖਸ਼ਿਸ਼ ਲੈਣ ਵਾਲਾ, ਤੇ ਗੁਰਮੁਖੋ ਉਹਨੇ ਹਲਕੇ ਕੁੱਤੇ ਨੇ ਅੰਦਰ ਜਦੋਂ ਭੌਂਕਣਾ ਸ਼ੁਰੂ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਬਚਨ ਹੁੰਦਾ। ਮਹਾਰਾਜ ਕਹਿੰਦੇ ਨੇ ਕਿ ਲੋਭੀ ਕਾ ਵਿਸਾਰ ਨ ਕੀਜੈ, ਜੇ ਕਾ ਪਾਰ ਵਸਾਏ ਅੰਤ ਕਾਲ ਤਥੈ ਤੋਹੈ ਜਿਥੈ ਹੱਥ ਨਾ ਪਾਏ। ਮਹਾਰਾਜ ਕਿਹਨੂੰ ਉੱਥੇ ਲਿਆ ਕੇ ਸੁੱਟ ਦੇਗਾ। ਜਿਉ ਕੂਕਰ ਹਰਕਾਇਆ ਧਾਵੈ ਦਹਿਤ ਸਜਾਏ, ਲੋਭੀ ਜੰਤ ਨਾ ਜਾਣੇ ਭਖ ਅਭਖ ਸਭ ਖਾਏ। ਮਹਾਰਾਜ ਕਹਿੰਦੇ ਉਹ ਖਾਣ ਲੱਗਿਆ ਕੁਝ ਦੇਖਦਾ ਨਹੀਂ। ਮੈਂ ਉਹ ਇਤਿਹਾਸ ਨਹੀਂ ਸੀ ਕਹਿਣਾ, ਮੈਂ ਸਿਰਫ ਇੱਕ ਪ੍ਰਮਾਣ ਦੇਣਾ ਸੀ ਕਿ ਤੁਸੀਂ ਦੇਖੋ ਮਾਸੂਮ ਜਿੰਦਾ, ਮਾਸੂਮ ਉਹ ਤੇ ਜਿੰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਜੀ ਉਹਨਾਂ ਨੂੰ ਜਾ ਕੇ ਫੜਾ ਦਿੱਤਾ। ਤੇ ਗੁਰਮੁਖ ਜ਼ਿੰਦਗੀ ਉਸ ਬੰਦੇ ਦੀ ਕਿੱਦਾਂ ਦੀ ਹੋ ਗਈ? ਹਲਕੇ ਕੁੱਤੇ ਨੇ ਦਾ ਮਤਲਬ ਅੰਦਰ ਭੌਂਕਿਆ, ਤੇ ਉਹ ਜਿਹੜਾ ਧਨ ਬਦਲੇ ਭੌਂਕਿਆ, ਉਹ ਧਨ ਫਿਰ ਵੀ ਨਹੀਂ ਮਿਲਿਆ ਉਹਨੂੰ, ਫਿਰ ਵੀ ਨਹੀਂ ਉਹਨੂੰ ਪ੍ਰਾਪਤ ਹੋਇਆ। ਇੱਕ ਬਚਨ ਹੋਰ ਕਹਿ ਲਵਾਂ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚੋਂ, ਇਹ ਵੀ ਇਤਿਹਾਸ ਨਾਲ ਸੰਬੰਧਿਤ ਹੈ। ਗੁਰੂ ਨਾਨਕ ਦੇਵ ਮਹਾਰਾਜ ਜਦੋਂ ਜਾਂਦੇ ਨੇ ਐਮਨਾਬਾਦ, ਤੇ ਗੁਰੂ ਨਾਨਕ ਦੇਵ ਜੀ ਨੇ ਐਮਨਾਬਾਦ ਜਾ ਕੇ ਜਦੋਂ ਦੇਖਿਆ, ਪਹਿਲਾਂ ਉਦੋਂ ਗਏ ਸੀ ਜਦੋਂ ਅਜੇ ਹਮਲਾ ਨਹੀਂ ਹੋਇਆ। ਜਿੱਦਣ ਹਮਲਾ ਹੁੰਦਾ ਮਹਾਰਾਜ ਉਸ ਦਿਨ ਉੱਥੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ। ਗੁਰੂ ਨਾਨਕ ਸਾਹਿਬ ਨੇ ਕੀ ਦੇਖਿਆ? ਮਹਾਰਾਜ ਕਹਿੰਦੇ ਨੇ ਕਿ ਸੋਹਣੇ ਨੌਜਵਾਨ, ਬੀਬੀਆਂ, ਬੱਚੇ, ਬਜ਼ੁਰਗ, ਇਹਨਾਂ ਦੇ ਟੁਕੜੇ ਖਿਲਰੇ ਪਏ ਸਨ ਐਮਨਾਬਾਦ ਵਿੱਚ। ਕਿਸੇ ਦੀ ਲੱਤ ਕਿਤੇ ਪਈ, ਕਿਸੇ ਦੀ ਬਾਂਹ ਕਿਤੇ ਪਈ ਹੈ, ਕਿਸੇ ਦਾ ਧੜ ਕਿਤੇ ਪਿਆ ਹੈ, ਕਿਸੇ ਦਾ ਸਿਰ ਕਿਤੇ ਪਿਆ ਹੈ। ਇੰਨੇ ਸੋਹਣੇ ਬੱਚੇ ਸਨ, ਇੰਨੀਆਂ ਸੋਹਣੀਆਂ ਬੀਬੀਆਂ ਸਨ, ਉਹਨਾਂ ਦੇ ਧੜ ਜਿਹੜੇ ਸਨ ਟੁਕੜੇ ਟੁਕੜੇ ਕਰਕੇ ਸੁੱਟੇ ਪਏ ਸੀ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤੇ ਫਿਰ ਸ਼ਬਦ ਉਚਾਰਨ ਕੀਤਾ। ਮੈਂ ਤਾਂ ਕਹਿ ਰਿਹਾ ਜੋ ਬਾਣੀ ਦੇ ਬੋਲ ਨੇ ਨਾ, ਇਹ ਸਾਨੂੰ ਕਹਿ ਰਹੇ ਨੇ ਮਹਾਰਾਜ ਕਿ ਅਸੀਂ ਜ਼ਿੰਦਗੀ ਕਿੱਦਾਂ ਦੀ ਜੀਉ ਰਹੇ ਹਾਂ। ਉੱਥੇ ਫਿਰ ਮਹਾਰਾਜ ਨੇ ਸ਼ਬਦ ਵਰਤਿਆ ਕਿ ਰਤਨ ਵਿਗਾੜ ਵਿਗੋਏ ਕੁੱਤੀ। ਇਹਦੇ ਅਰਥ ਵੀ ਜਾ ਕੇ ਵੇਖ ਲਿਓ ਜੀ। ਮਹਾਰਾਜ ਕਹਿੰਦੇ ਉਹ ਬਾਬਰ ਤੇਰੇ ਹਲਕਿਆਂ ਕੁੱਤਿਆਂ ਨੇ। ਇਹ ਮਹਾਰਾਜ ਦੇ ਬਚਨ ਨੇ ਜੋ ਗੁਰੂ ਨਾਨਕ ਸਾਹਿਬ ਦੇ। ਐ ਬਾਬਰ ਉਹਦੇ ਮੂੰਹ ਤੇ ਕਹਿ ਰਹੇ ਨੇ, ਵੀ ਪਿੱਠ ਪਿੱਛੇ ਕਹਿ ਰਹੇ ਨੇ। ਉਦੋਂ ਮਹਾਰਾਜ ਉੱਥੇ ਸਨ। ਐ ਬਾਬਰ ਤੇਰੇ ਹਲਕਿਆਂ ਕੁੱਤਿਆਂ ਨੇ ਆ ਰਤਨਾ ਵਰਗੇ ਸਰੀਰ ਵੇਖ ਪਾੜ ਪਾੜ ਕੇ ਸੁੱਟ ਦਿੱਤੇ। ਉੱਥੇ ਮਹਾਰਾਜ ਨੇ ਕੁੱਤੇ ਸ਼ਬਦ ਵਰਤਿਆ। ਰਤਨ ਵਿਗਾੜ ਵਿਗੋਏ, ਵਿਗੋਏ ਦਾ ਮਤਲਬ ਖੁਆਰ ਕਰ ਦਿੱਤੇ। ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰ ਨ ਕਾਈ। ਮਹਾਰਾਜ ਕਹਿੰਦੇ ਆ ਵੇਖ ਐਮਨਾਬਾਦ ਦੇ ਵਿੱਚ ਕਿੰਨੇ ਲੋਕ ਮਰੇ ਪਏ, ਕੋਈ ਸਾਰ ਲੈਣ ਵਾਲਾ ਨਹੀਂ ਇਹਨਾਂ ਦੀ ਹੈਗਾ। ਉੱਥੇ ਇੱਕ ਹੋਰ ਸ਼ਬਦ ਮਹਾਰਾਜ ਨੇ ਵਰਤਿਆ। ਮਹਾਰਾਜ ਕਹਿੰਦੇ ਜੇ ਸਕਤਾ ਸਕਤੈ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਜੇ ਇੱਕ ਬਲਵਾਨ ਬੰਦਾ ਅਗਲੇ ਬੰਨੇ ਵੀ ਯੋਧਾ ਬਲਵਾਨ ਹੋਵੇ, ਮਹਾਰਾਜ ਕਹਿੰਦੇ ਦੋਵੇਂ ਜਾਣੇ ਸੂਰਮੇ ਇੱਕ ਦੂਜੇ ਨਾਲ ਮੈਦਾਨੇ ਜੰਗ ਦੇ ਵਿੱਚ ਹੱਥੋਂ ਪਾਈ ਹੋ ਜਾਣ ਤੇ ਕਿਸੇ ਨੂੰ ਕੋਈ ਗਿਲਾ ਨਹੀਂ ਹੁੰਦਾ। ਅਗਲਾ ਕਹਿੰਦਾ ਬਹਾਦਰ ਨੇ ਦੋਵੇਂ ਜਾਣੇ, ਪਰ ਮਹਾਰਾਜ ਕਹਿੰਦੇ ਗਿਲਾ ਇਸ ਗੱਲ ਦਾ ਹੈ ਸਕਤਾ ਸੀ ਮਾਰੇ ਪੈ ਵਗੇ
एक शेर गावां दे वग दे उत्ते आके धावा बोल दिता है। तो महाराज कहते ਉਹਨੂੰ इस करके तेन कह रहे हैं बाबर कि तेरे ਜਿਹੜੇ सिपाही सन कुत्तियां वांग हल्के होए, इन्हां ने ऐमनाबाद के लोगों के शरीर पाड़ के सुट दिते ने। मैं तां कहा गुरु ग्रंथ साहिब की बाणी जो कह रही है, महाराज कह रहे ने सतगुरु गरीब नवाज गुरु तेग बहादुर महाराज कहते मनुख जिंदगी किदां दी जी रहा है। अज दा माज दा बचन चल रहा गुरु साहब जी का कि एक भगत भगवान जे प्राणी कै नाहे मन जैसे शूकर सवान नानक मानो ताहे तन मारे। कहते बंदिया तू ये हुण झात मार के देख के तेनू रब ने दिता शरीर मनुख वाला है ते तू किते पशुओं वर्गी जिंदगी तो नहीं जीव रहा। अगले श्लोक की हुण व्याख्या कर लीए। अगला श्लोक है महाराज कह रहे हैं कि स्वामी को गृह ज्यों सदा स्वान तजत नहीं नित नानके विद हर भजो। एक मन हुए एक जे धुन मारे ने एकदम ही बदल दी, सारी खेड़ ही बदल दी। महाराज पहले श्लोक में कह रहे अज की विचार में पहला 44 नंबर श्लोक च कुत्ते की गल कर तेरा जीवन उहदे वर्गा। अगले श्लोक च कहते ने जे रब की भगती करनी है तो कुत्ते तो सिक्ख्या लै ले। कितनी विलक्षण गल है। महाराज पहले इस तो पहले श्लोक च कह रहे तो जिंदगी उहदे वर्गी जीव रहा है, दूसरे च कह रहे सिक्ख्या उहदे तो लै ले। इहदा मतलब की हो गया? मैं पहला शुरू च कहा उदाहरण का एक पक्ष हुंदा है। इत्थे पहला कुत्ते की उदाहरण लोभ वाली दी गई है ते दूसरे दे विच कुत्ते की उदाहरण वफादारी वाली दी गई है। उदाहरण बदल गई ना, पहला लोभ लालच वाली है तो दूसरी उदाहरण में महाराज ने एकदम बदल के कहते हैं कि भाई ओहदे तो सिक्ख्या लैनी। इसका मतलब कुत्ते तो भी कोई सिक्ख्या सेध लैन की गल महाराज कर रहे हैं। इसका मतलब अपने मालक का डर नहीं छड्डदा और इन्ना वफादार हुंदा है कि मालक जे घरों चलिया जाए वो गुआढ़ी के बूहे ते जाके नहीं बहिंदा भी अज मैनूं तू टुकड़ पा दे, कभी नहीं होएगा। चलो इन्होंने मुल्कों की आप सबनों पता भी जिन्होंने रखे है वफादारी इन्नी तुसीं हैरान होवोगे। जिहड़े एयरपोर्टां ते आपां चलो जाते ही जाना ही पैंदा आपां नूं, एयरपोर्ट ते बंदे ते एतबार घट जे ते कुत्ते ते ज़्यादा जे, खिमा करियो जे मैनूं। उत्थे कुत्तियां नूं लिआउंदे ने जदों कोई चीज़ पता लगे ना शक पै जाए भी इहदे बैग विच कुछ है, उदों फिर मशीनां भी नहीं काम करदियां, बंदे भी नहीं काम करदे, कुत्ता लिया के कहंदे इहनूं संघाओ भला। ਇਹਦਾ ਮਤਲਬ ਉਹਦੇ ਤੇ ਇੰਨਾ ਯਕੀਨ ਹੈ ਉਹਨੇ ਝੂਠ ਨਹੀਂ ਬੋਲਣਾ, ਕਿਉਂਕਿ ਹੋ ਸਕਦਾ ਜਿਹੜਾ ਅਫਸਰ ਹੈ ਉਹਦੀ ਤੇ ਜੇਬ ਵਿੱਚ ਕਿਸੇ ਹੋ ਸਕਦਾ ਕੋਈ ਜੋ 200 400 500 ਡਾਲਰ ਪਾਤਾ ਉਹਨੇ ਕਹਿਣਾ ਸਭ ਠੀਕ ਹੈ ਓਕੇ ਹੀ ਹੈ। ਕੁੱਤੇ ਨੂੰ ਤਾਂ ਕੋਈ ਡਾਲਰ ਨਹੀਂ ਦੇਣ ਲੱਗਿਆ, ਉਹਨੂੰ ਤੇ ਕਿਸੇ ਲਾਲਚ ਦੀ ਲੋੜ ਨਹੀਂ ਨਾ, ਉਹਨੇ ਜੋ ਕੁਝ ਹੈ ਬੋਲ ਕੇ ਦੱਸ ਦੇਣਾ ਵੀ ਇਹਦੇ ਵਿੱਚ ਆ। ਇਹਦਾ ਮਤਲਬ ਉਹਦੀ ਵਫਾਦਾਰੀ ਇੰਨੀ ਜ਼ਿਆਦੀ ਹੈ ਕਿ ਬੰਦੇ ਦੇ ਯਕੀਨ ਘੱਟ ਤੇ ਕੁੱਤੇ ਤੇ ਜ਼ਿਆਦਾ ਕੀਤਾ ਜਾ ਰਿਹਾ ਹੈ। मैं तां कह रहा अज की उदाहरण दूसरे श्लोक वाली जे महाराज वफादारी की गल कर लगे कि इहो जी वफादारी तेरी होनी चाहिए। इसका मतलब वो डर नहीं छड्डदा अपने मालक का स्वामी का। महाराज कहते बंदिया अपने मालक का डर ना कदी छड्डी, अपने मालक प्रभु परमात्मा परमेश्वर वाहिगुरू का घर करे ना छड्डी। जिन्होंने गुरु ग्रंथ साहिब की बाणी कहती है कि जे दर आवत जाते हटकै ना ही कोए सो दर कैसे छोड़िए जो दर ऐसा होए। महाराज कि इहो जिहा दर कदी छड्डना नहीं चाहिए। मैं थोड़ी जी बेनती करके तुहाडे कोल खिमा मंगांगा कि महाराज ਨੂੰ कह रहे हैं कि भाई उस कुत्ते तो उदाहरण लै ले, सिक्ख्या लै ले, प्रमाण लै ले जिहड़ा अपने मालक का डर कदी नहीं छड्डदा, अपने मालक की वफादारी दे विच किन्ना बतीत हो जाता है, ਉਹਦਾ जीवन महाराज कहंदे ਉਹਦੇ ਤੋਂ ਸੇਧ ਲੈ ले। ਇਹਦਾ मतलब वफादारी ਦੀ जो गल आई सानू इतिहास चों वेखਣਾ पएगा, इतिहास चों तकना पएगा। जिहड़ी ਅਸੀਂ ਪਹਿਲਾਂ ਉਦਾਹਰਨ ਲੈ ਲਈ है कि जिन्ना अंदर लोभ रूपी कुत्ते भौंके उन्हों का जीवन किदां दा। हुण वफादारी की गल आई है तो यदि भी असीं इतिहास चों उदाहरण लै लांगे। तुसीं देखो किन्ना वफादार, जिन्ना मर्जी जुल्म हो जाए जिवें कुत्ता अपने मालक का घर नहीं छड्डदा, सिख जगत सारा इस गल नाल भरिया पिया है। भावें टुकड़े करवा ले, भावें हार पवा ले, भावें बंद कटवा ले, भावें खोपर लवा ले, पर सिक्खी सिदक कदी गुरु के सिखा ने छड्डिया नहीं है। इन्नी वफादारी अपने गुरु नाल कदी वफादारी नहीं दियागी। मैं तां कह रहा दूजा प्रमाण दूसरे रूप में है। पहली उदाहरण दूसरे पक्ष च सी, हुण उहदे च दूसरा पक्ष महाराज ने बदल दिता है कुत्ते वाला कि स्वामी को गृह ज्यों सदा स्वान तजत नहीं नित नानक ए विद हर भजो। वाह वाह सतगुरु, तुसी बंदे की उदाहरण नहीं दी भी बंदे वांगू जाप करया करो, तुसी बंदे की उदाहरण नहीं दी भी बंदे वांग प्रेमा भगती करया करो। महाराज कहंदे बंदिया कुत्ते तो सिक्ख्या लै ले किन्ना अपने मालक की वफादारी करता है, किन्ना वफादार हुंदा अपने मालक का। मालक कहंदे ये सेध भी तू उस जानवर तो लै ले। मैं तां कह रहा कि इतिहास भरिया पिया गुरु की वफादारी करन वालियां ने अपना आप तो कुर्बान कर दिता, पर कभी गुरु वाले बन्ने पिठ नहीं की जाए, कह लो पिठ लगन नहीं दी उन्होंने। इतिहास इस गल का गवाह है। किन्ने क वफादार सी सिख। बाबा बंदा सिंह बहादुर नूं पकड़िया गया,
ਇੱਕ 18 ਸਾਲ ਦਾ ਨੌਜਵਾਨ ਗੱਭਰੂ ਪਕੜ ਲਿਆ। ਮੈਂ ਹੁਣ ਉਦਾਹਰਨ ਦਾ ਦੂਸਰਾ ਪੱਖ ਲੈ ਰਿਹਾ, ਤੁਸੀਂ ਕਹਿ ਲਓ ਵੀ ਪੋਜ਼ਿਟਿਵ ਪੱਖ ਲੈ ਰਹੇ ਅਸੀਂ। ਪਹਿਲਾਂ ਵੀ ਚਲੋ ਮੈਂ ਨੈਗੇਟਿਵ ਪੱਖ ਤਾਂ ਨਹੀਂ ਕਹਿ ਰਿਹਾ ਉਹਨਾਂ ਨੂੰ, ਪਰ ਉਹਦੇ ਚ ਮਹਾਰਾਜ ਨੇ ਕਿਹਾ ਸੀ ਜਿਹਦੇ ਅੰਦਰ ਹਿਰਦੇ ਚ ਪਰਮਾਤਮਾ ਦੀ ਭਗਤੀ ਨਹੀਂ, ਉਹ ਬੰਦਾ ਸੂਰ ਤੇ ਕੁੱਤੇ ਵਰਗੀ ਜ਼ਿੰਦਗੀ ਜੀਉ ਰਿਹਾ। ਪਰ ਮਹਾਰਾਜ ਨੇ ਅਗਲੀ ਉਦਾਹਰਨ ਚ ਕਹਿ ਦਿੱਤਾ ਕਿ ਉਹਦੇ ਤੋਂ ਸਿੱਖਿਆ ਲੈ ਲਓ, ਜਿਹੜਾ ਮਾਲਕ ਦਾ ਬੜਾ ਵਫਾਦਾਰ ਹੁੰਦਾ, ਮਾਲਕ ਦਾ ਦਰ ਕਰ ਨਹੀਂ ਛੱਡਦਾ। ਮੈਂ ਇਹਦੇ ਤੇ ਬੋਲਣ ਲੱਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜ ਲਿਆ ਗਿਆ, ਉਹਦੇ ਨਾਲ ਕਿੰਨੇ ਹੋਰ ਸਿੱਖ ਪਕੜੇ ਗਏ। ਇੱਕ 18 ਸਾਲ ਦਾ ਨੌਜਵਾਨ ਗੱਭਰੂ ਪਕੜ ਲਿਆ। ਇਹਦਾ ਜੇ ਵਿਆਹ ਹੋਇਆ ਸੀ ਨਵਾਂ ਹੀ, ਤੇ ਅਜੇ ਉਹ ਕਹਿ ਲਓ ਕਿ ਵਿਆਹ ਹੋਣ ਤੋਂ ਬਾਅਦ ਘਰ ਵੀ ਨਹੀਂ ਸੀ ਪਹੁੰਚੇ, ਰਸਤੇ 'ਚ ਪਕੜ ਲਿਆ ਗਿਆ। ਹੁਣ ਜਿਸ ਮਾਂ ਦਾ ਪੁੱਤਰ ਅਜੇ ਵਿਆਹ ਕੇ ਘਰੇ ਵੀ ਨਹੀਂ ਪਹੁੰਚੇ ਤੇ ਰਸਤੇ ਤੋਂ ਜ਼ਾਲਮ ਫੜ ਲੈਣ, ਉਸ ਮਾਂ ਦੀ ਕੀ ਬੀਤਦੀ ਹੈ। ਇਹਨੂੰ ਲੈ ਕੇ ਫੜ ਕੇ ਬਾਕੀਆਂ ਦੇ ਨਾਲ ਹੀ ਜਦੋਂ ਉੱਥੇ ਜਾ ਕੇ ਸਾਧ ਸੰਗਤ ਜੀ ਕੱਲੇ ਸਿੱਖ ਦਾ ਕਤਲੇਆਮ ਹੋ ਰਿਹਾ ਹੈ, ਉਹਦਾ ਧੜ ਜਿਹੜਾ ਸੀਸ ਹੈ ਧੜ ਤੋਂ ਅਲੱਗ ਕੀਤਾ ਜਾ ਰਿਹਾ, ਉਸੇ ਲਾਈਨ ਵਿੱਚ ਬੱਚਾ ਵੀ ਲਾ ਦਿੱਤਾ ਗਿਆ। ਮਾਂ ਆਈ, ਉਸਨੇ ਵੇਖਿਆ ਮੇਰਾ ਪੁੱਤਰ ਵੀ ਉਸੇ ਲਾਈਨ 'ਚ ਲੱਗਿਆ ਪਿਆ, ਦੀ ਵਾਰੀ ਆ ਜਾਏਗੀ, ਮਾਰ ਦੇਣਗੇ ਜ਼ਾਲਮ। ਉਹ ਫਰਖਸ਼ੀਅਰ ਦੇ ਕੋਲੇ ਗਈ, ਜਾ ਕੇ ਉਹਨੂੰ ਕਹਿੰਦੀ ਹੈ ਕਿ ਮੈਂ ਆਪਣੇ ਪੁੱਤ ਨੂੰ ਬਚਾਉਣ ਵਾਸਤੇ ਆਈ ਹਾਂ, ਮੇਰਾ ਪੁੱਤਰ ਤੇਰੇ ਸਿਪਾਹੀਆਂ ਨੇ ਜਾਂ ਤੇਰੇ ਅਹਿਲਕਾਰਾਂ ਨੇ ਧੋਖੇ ਨਾਲ ਫੜ ਕੇ ਲੈ ਆਂਦਾ, ਇਹ ਸਿੱਖ ਨਹੀਂ ਸੀ, ਭੁਲੇਖੇ ਨਾਲ ਫੜ ਕੇ ਲੈ ਆਇਆ। ਫਰਖਸ਼ੀਅਰ ਨੇ ਕਿਹਾ ਚਲੋ ਘੱਟੋ ਘੱਟ ਇੱਕ ਤਾਂ ਇਹੋ ਜਿਹਾ ਮਿਲਿਆ ਜਿਹੜਾ ਅੱਜ ਦੇ ਇਤਿਹਾਸ ਵਿੱਚ ਹੀ ਹੋ ਜਾਏਗਾ ਕਿ ਜਿਹੜੇ ਸਿੱਖ ਕਹਿੰਦੇ ਅਸੀਂ ਗੁਰੂ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਘੱਟੋ ਘੱਟ ਇੱਕ ਤੇ ਇਹੋ ਜਿਹਾ ਮਿਲੇਗਾ ਜਿਹੜਾ ਕਹੇਗਾ ਕਿ ਮੈਂ ਸਿੱਖ ਨਹੀਂ। ਫਰਖਸ਼ੀਅਰ ਨੇ ਚਿੱਠੀ ਤੇ ਲਿਖ ਦਿੱਤਾ। ਉਹ ਚਿੱਠੀ ਲੈ ਕੇ ਕਹਿੰਦਾ ਜਲਾਦ ਕੋਲੇ ਚਲੀ ਜਾਏ ਜਿੱਥੇ ਤੇਰੇ ਪੁੱਤ ਨੂੰ ਕਤਲ ਕੀਤਾ ਜਾਣਾ। ਉਹਦੇ ਪੁੱਤ ਦੀ ਵਾਰੀ ਆਈ ਸੀ, ਉਹ ਕਤਲ ਹੋਣ ਵਾਲਾ ਸੀ, ਕਿੰਨੇ ਚਿਰ ਨੂੰ ਮਾਂ ਕੋਲ ਪਹੁੰਚ ਗਈ। ਉਹਨੇ ਦੂਰੋਂ ਆਪਣੇ ਪੁੱਤ ਨੂੰ ਸਿਆਣ ਕੇ ਤੇ ਉਸ ਕਤਲ ਕਰਨ ਵਾਲੇ ਜਲਾਦ ਨੂੰ ਕਿਹਾ ਰੁਕ ਜਾ ਜਲਾਦਾ। ਉਹਨੇ ਇੱਕਦਮ ਪਿੱਛਾ ਭੌਂ ਕੇ ਵੇਖਿਆ ਕੋਈ ਮਾਂ ਕਹਿ ਰਹੀ, ਆਵਾਜ਼ ਆ ਰਹੀ। ਉਹਨੇ ਕਿਹਾ ਮੇਰੇ ਪੁੱਤ ਨੂੰ ਤੂੰ ਮਾਰੀ ਨਾ। ਉਹਨੇ ਚਿੱਠੀ ਸਾਹਮਣੇ ਕੀਤੀ, ਉਹਦੇ ਤੇ ਲਿਖਿਆ ਸੀ ਜੇ ਇਹਦਾ ਪੁੱਤ ਸਾਰਿਆਂ ਦੇ ਵਿੱਚ ਇੰਨੀ ਗੱਲ ਕਹਿ ਦੇਵੇ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ, ਇਹਨੂੰ ਛੱਡ ਦਿੱਤਾ ਜਾਏ। ਮੈਂ ਕਹਿੰਦਾ ਵਫਾਦਾਰੀ ਹੋਵੇ ਤੇ ਕਿੱਦਾਂ ਦੀ ਹੋਣੀ ਚਾਹੀਦੀ ਹੈ। ਅੱਜ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਉਸ ਬੱਚੇ ਨੇ, ਉਹਦੀ ਮਾਂ ਕਹਿੰਦੀ ਮੇਰਾ ਪੁੱਤ ਧੋਖੇ ਨਾਲ ਫੜ ਕੇ ਲੈ ਜਾਂਦਾ ਹੈ, ਇਹ ਸਿੱਖ ਨਹੀਂ। ਮਾਂ ਸਾਹਮਣੇ ਕਹਿ ਰਹੀ ਹੈ ਤੇ ਉੱਥੇ ਲਿਖਿਆ ਸੀ ਵੀ ਜੇ ਬੱਚਾ ਕਹਿ ਦੇਵੇ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ, ਇਹਨੂੰ ਛੱਡ ਦਿੱਤਾ ਜਾਏ। ਮਾਂ ਕਹਿ ਰਹੀ ਮੇਰੇ ਪੁੱਤਰ ਨੂੰ ਛੱਡ ਦਿਓ। ਪੁੱਤ ਕਹਿੰਦਾ ਮਾਂ ਤੂੰ ਕਿਉਂ ਆਈ? ਕਹਿੰਦੀ ਪੁੱਤ ਤੈਨੂੰ ਛਡਾਉਣ ਵਾਸਤੇ ਆਈ ਹੈ। ਉਹਨੇ ਕਿਹਾ ਜੇ ਬਾਕੀ ਸਾਰਿਆਂ ਦੇ ਕਤਲ ਹੋ ਰਿਹਾ, ਮੈਨੂੰ ਕਿਉਂ ਛਡਾਉਣ ਆਈ ਹੈ? ਉਹਨੇ ਕਿਹਾ ਮੈਂ ਲਿਖ ਕੇ ਦੇ ਆਈ ਹਾਂ ਕਿ ਮੇਰਾ ਪੁੱਤ ਸਿੱਖ ਨਹੀਂ। ਉਸ ਬੱਚੇ 18 ਸਾਲ ਦੇ ਨੌਜਵਾਨ ਨੇ ਕਿਹਾ ਮਾਂ ਮੇਰੀ ਮਾਂ ਝੂਠ ਬੋਲਦੀ। ਇਸ ਤੁਕ ਦੇ ਉੱਤੇ ਸਾਖੀ ਲਿਖੀ ਹੋਈ ਹੈ, ਜੇ ਕਿਸੇ ਪੜ੍ਹਨੀ ਹੋਵੇ ਕਿ ਮੇਰੀ ਮਾਂ ਝੂਠ ਬੋਲਦੀ ਹੈ, ਇਹਦੇ ਤੇ ਇਹ ਸਾਖੀ ਲਿਖੀ ਹੋਈ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜਾਂਗੇ ਤੇ ਗੁਰਮੁਖੋਂ ਨੇ ਕਿਹਾ ਮਾਂ ਝੂਠ ਬੋਲਦੀ ਹੈ, ਮੈਂ ਸਿੱਖ ਹਾਂ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ। ਉੱਚੀ ਆਵਾਜ਼ ਦੇ ਕੇ ਕਹਿ ਰਿਹਾ ਹੈ। ਉਹਨੇ ਕਿਹਾ ਮਾਂ ਝੂਠ ਬੋਲਦੀ, ਮਾਂ ਝੂਠ ਬੋਲਦੀ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ। ਉਹਨੇ 3-4 ਵਾਰੀ ਕਿਹਾ। ਜਲਾਦ ਨੇ ਆਪਣਾ ਸ਼ਸਤਰ ਚਲਾਇਆ ਤੇ ਉਹਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ। ਮਾਂ ਨੇ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਡੋਲ ਗਈ ਸਾਂ, ਤੇਰਾ ਪੁੱਤ ਨਹੀਂ ਡੋਲਿਆ। स्वामी को गृह ज्यों सदा सुआन तजत नहीं नित नानके बिद हर भजो। एक मन होए एक चित, जिहड़े एक मन ते एक चित होके अपने गुरु नाल जुड़ गए, ਉਹਦੇ ਸਾਹਮਣੇ ਮੌਤ ਵੇਖ ਕੇ ਹੀ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਹਾਂ। ਤੇ ਅੱਜ ਸਾਡੇ ਤੇ ਕਿਹੜੀ ਤਲਵਾਰ ਲਟਕਦੀ ਫਿਰਦੀ, ਅਸੀਂ ਫੇਰ ਇੱਧਰ ਉੱਧਰ ਭਟਕਦੇ ਫਿਰਦੇ। ਅਸੀਂ ਇੱਧਰ ਉੱਧਰ ਕੋਈ ਬਾਬਾ ਮਿਲ ਗਿਆ, ਕੋਈ ਡੇਰੇਦਾਰ ਮਿਲ ਗਿਆ, ਕੋਈ ਹੋਰ ਵਹਿਮਾਂ ਭਰਮਾਂ ਕਰਮ ਕਾਂਡਾਂ 'ਚ ਤੁਰੇ ਫਿਰਦੇ ਆ। ਕੀ ਸਾਡੇ ਤੇ ਅੱਜ ਕੋਈ ਜ਼ੁਲਮ ਹੋ ਰਿਹਾ? ਗੁਰਮੁਖੋ ਅੱਜ ਤੇ ਅਸੀਂ ਜਾਣ ਬੁੱਝ ਕੇ ਫਿਰ ਗੁਰੂ ਮਹਾਰਾਜ ਨੂੰ ਤਿਆਗ ਰਹੇ ਹਾਂ ਨਾ। ਉਦੋਂ ਜ਼ੁਲਮ ਹੁੰਦਿਆਂ ਵੀ ਸਿੱਖ ਕਹਿੰਦੇ ਸੀ ਅਸੀਂ ਗੁਰੂ ਦਾ ਦਰ ਨਹੀਂ ਛੱਡਣਾ। ਇਹਦਾ ਮਤਲਬ ਇੰਨਾ ਗੁਰੂ ਦੇ ਨਾਲ ਦਰ ਨਾਲ ਪਿਆਰ ਸੀ ਕਿ ਸੁਆਮੀ ਕੋ ਗ੍ਰਹਿ ਜੋ ਸਦਾ ਸੁਆਨ ਤਜਤ ਨਹੀਂ ਨਿਤ ਨਾਨਕੇ ਬਿਦ ਹਰ ਭਜੋ। ਇੱਕ ਮਨ ਹੋਏ ਚਿੱਤ। ਜਦੋਂ ਭਾਈ ਮਨੀ ਸਿੰਘ ਨੂੰ ਸਾਹਮਣੇ ਬਿਠਾਇਆ ਹੈ, ਉਹਨੇ ਕਿਹਾ ਤੇਰੇ ਵਾਸਤੇ ਬਹੁਤ ਕੁਝ, ਬਜ਼ੁਰਗ ਹੈ ਤੂੰ, 4 ਦਿਨ ਜ਼ਿੰਦਗੀ ਐਸ਼ ਨਾਲ ਕੱਢ ਲਈ। ਭਾਈ ਮਨੀ ਸਿੰਘ ਨੇ ਕਿਹਾ ਜਿਉਂ ਕੇ ਤੇ ਵੇਖ ਲੈ, ਮੌਤ ਵੇਖਣੀ ਚਾਹੁੰਦਾ ਹਾਂ। ਮੈਂ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕੀਤੀ ਹੈ, ਜ਼ਿੰਦਗੀ ਜਿਉਂ ਕੇ ਦੇਖ ਲਈ ਹੈ, ਅੱਜ ਮੌਤ ਵੀ ਅੱਖਾਂ ਦੇ ਸਾਹਮਣੇ ਵੇਖਣਾ ਚਾਹੁੰਦਾ ਹਾਂ। ਤੇ ਜਲਾਦ ਵੀ ਹੈਰਾਨ ਰਹਿ ਗਿਆ ਵੀ ਕਿਹੋ ਜਿਹੇ ਸਿੱਖ ਨੇ ਬਈ। ਮੈਂ ਕਹਿ ਰਿਹਾ ਸੁਆਮੀ ਕੋ ਗ੍ਰਹਿ ਜਿਉਂ ਸਦਾ, ਇਸ ਤੋਂ ਉੱਤੇ ਬੋਲ ਰਿਹਾ ਸਵਾਨ ਤਜਤ ਨਹੀਂ ਨਿਤ ਮਾਰ। ਕਹਿੰਦੇ ਇਹ ਪੱਖ ਉਹਦਾ ਲੈ ਲਓ, ਉਹ ਸੁਆਮੀ ਦਾ ਦਰ ਨਹੀਂ ਜਿਵੇਂ ਛੱਡਦੇ। ਭਾਈ ਮਨੀ ਸਿੰਘ ਨੇ ਕਿਹਾ ਜਦੋਂ ਬੰਦ ਕੱਟਣ ਦਾ ਨਾਂ ਆਇਆ, ਉਹਨੇ ਕਿਹਾ ਬੰਦ ਇੱਥੋਂ ਸ਼ੁਰੂ ਹੁੰਦਾ ਓਏ, ਪੋਟੇ ਤੋਂ ਸ਼ੁਰੂ ਕਰ, ਕਿੱਥੋਂ ਸ਼ੁਰੂ ਕਰਨ ਲੱਗੇ ਆ? ਪੋਟੇ ਤੋਂ ਬੰਦ ਸ਼ੁਰੂ ਹੋਣਾ ਹੈ। ਦਾ ਮਤਲਬ ਇਹਨਾਂ ਅੰਦਰੋਂ ਮਨ ਚੇਤੇ ਘੁੱਟ ਚੁੱਕੇ ਸਨ ਗੁਰੂ ਦੇ ਨਾਲ। ਉਹਨੇ ਕਿਹਾ ਇੱਥੋਂ ਸ਼ੁਰੂ ਕਰ। ਤਨ ਦੇ ਸਾਰੇ ਟੁਕੜੇ ਕਰਵਾ ਲਏ, ਪਰ ਸਿੱਖੀ ਵੱਲੋਂ ਮੂੰਹ ਨਹੀਂ ਮੋੜਿਆ।
ਆਰਾ ਸਿਰ ਦੇ ਉੱਤੇ ਚੱਲਣ ਲੱਗਿਆ। ਉਹਨੇ ਕਿਹਾ ਜਿਉਣਾ ਜ਼ਿੰਦਗੀ 4 ਦਿਨ ਸੌਖੀ ਜੀ ਲਏਗਾ, ਜੇ ਆਰਾ ਇੱਕ ਵਾਰ ਸ਼ੁਰੂ ਕਰ ਦਿੱਤਾ ਤਾਂ 2 ਫਾੜ ਕਰਕੇ ਤੇਰੇ ਸੁੱਟ ਦੇਗਾ। ਉਹਨੇ ਕਿਹਾ ਬਸ ਇੱਕ ਕੰਮ ਕਰਿਓ ਜੀ, ਜਦੋਂ ਆਰਾ ਚਲਾਓਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਵੱਲੇ ਮੇਰਾ ਮੂੰਹ ਰੱਖਿਓ ਜੀ। ਸਵਾਮੀ ਕੋ ਗ੍ਰਹਿ ਜਿਉ ਸਦਾ ਸੁਆਣ ਤਜਤ ਨਹੀਂ, ਨਿਤ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ। ਉਹਨੇ ਕਿਹਾ ਮੇਰਾ ਬਸ ਮੁੱਖ ਮੇਰੇ ਗੁਰੂ ਵੱਲੇ ਬੰਨੇ ਰਹਿਣ ਦਿਓ, ਆਰੇ ਦੀ ਮੈਨੂੰ ਕੋਈ ਪਰਵਾਹ ਨਹੀਂ ਹੈ। 2 ਫਾੜ ਕਰ ਦਿੱਤੇ। ਦੇਗ ਵਿੱਚ ਉਬਾਲਣ ਵਾਲੇ ਨੂੰ ਕਿਹਾ ਬਾਜੇਗਾ ਤੂੰ? ਉਹਨੇ ਕਿਹਾ ਬਸ ਦੇਗ ਦੇ ਭਾਵੇਂ ਜਿੰਨੇ ਮਰਜ਼ੀ ਉਬਾਲੇ ਦੇ ਦਿਓ ਜੇ, ਪਰ ਗੁਰੂ ਵੱਲੇ ਮੁੱਖ ਰਹਿਣ ਦਿਓ ਜੇ। ਰੂਮ ਵਿੱਚ ਸਾੜਨ ਵਾਲੇ ਨੂੰ ਵੀ ਬਚਾਉਣ ਲਈ ਕਿਹਾ ਬਚ ਸਕਦਾ ਤੂੰ? ਉਹਨੇ ਕਿਹਾ ਮੈਂ ਬਚਣਾ ਨਹੀਂ, ਨਾ ਤੁਸੀਂ ਛੱਡਣਾ ਹੈ, ਬਸ ਇੱਕ ਕੰਮ ਕਰਿਓ ਕਿ ਗੁਰੂ ਵੱਲੇ ਬਸ ਮੇਰਾ ਮੁਖੜਾ ਰਹਿਣ ਦੇ, ਜੇ ਮੈਂ ਗੁਰੂ ਨੂੰ ਤੱਕਦਾ ਰਹਾਂ ਆਪਣੀ ਨਿਗਾਹ ਦੇ ਨਾਲ। ਅੱਜ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੋ ਸ਼ਲੋਕ ਨੇ 44 ਤੇ 45 ਨੰਬਰ, ਉਸ ਦੀ ਵਿਆਖਿਆ 'ਚ ਮਹਾਰਾਜ ਨੇ ਕਿਹਾ ਕਿ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ, ਜਿਹਦੇ ਹਿਰਦੇ ਵਿੱਚ ਇੱਕ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦਾ ਪਿਆਰ ਨਹੀਂ, ਜੈਸੇ ਸ਼ੂਕਰ ਸੁਆਣ ਨਾਨਕ ਮਾਨੋ ਤਾਹੇ ਤਾਂ। ਜ਼ਿੰਦਗੀ ਹੈ ਭਾਵੇਂ ਮਨੁੱਖ ਪਰ ਸੂਰ ਤੇ ਕੁੱਤੇ ਵਰਗੀ ਜ਼ਿੰਦਗੀ ਜੀ ਰਹੇ ਨੇ। ਦੂਸਰੇ 'ਚ ਕਹਿ ਰਹੇ ਨੇ ਕਿ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਣ ਤਜਤ ਨਹੀਂ, ਨਿਤ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ। ਭਾਈ ਉਹਦਾ ਦੂਸਰਾ ਪੱਖ ਮਹਾਰਾਜ ਨੇ ਇਹ ਕਿਹਾ ਕਿ ਜਿਵੇਂ ਮਾਲਕ ਸਵਾਮੀ ਦੇ ਆਪਣੇ ਮਾਲਕ ਦਾ ਵਫਾਦਾਰ ਕੁੱਤਾ, ਉਹਦੇ ਤੋਂ ਸੇਧ ਲੈ ਲਓ ਤੁਸੀਂ ਆਪਣੇ ਮਾਲਕ ਦੀ ਵਫਾਦਾਰੀ ਕਰਦਿਆਂ ਹੋਏ ਇੱਕ ਮਨ ਇੱਕ ਚਿਤ ਹੋ ਕੇ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਨਾਮ ਭਜਨ ਸਿਮਰਨ ਦੇ ਨਾਲ ਜੁੜੇ ਰਹਿਣਾ ਹੈ। ਅੱਜ ਦੇ 44 ਨੰਬਰ ਤੇ 45 ਨੰਬਰ ਸ਼ਲੋਕ ਵਿੱਚ ਜੋ ਮਹਾਰਾਜ ਨੇ ਸਿੱਖਿਆ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਕਿਰਪਾ ਕਰੇ ਉਹ ਸਾਡੇ ਜੀਵਨ ਦੇ ਵਿੱਚ ਆ ਜਾਵੇ। ਸਾਨੂੰ ਸਮਝ ਤੇ ਸੂਝ-ਬੂਝ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਸੋਝੀ ਆ ਜਾਵੇ, ਤਾਂ ਕਿ ਅਸੀਂ ਮਨੁੱਖਾਂ ਵਰਗਾ ਜ਼ਿੰਦਗੀ ਜਿਹੜੀ ਜੀਵਨ ਹੈ ਉਹ ਬਤੀਤ ਕਰ ਸਕੀਏ। ਸ਼ਬਦ ਵਿਚਾਰ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਟਾਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਰਹਿਮਤ ਬਖਸ਼ਿਸ਼ ਕੀਤੀ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬੜੇ ਪਿਆਰ ਨਾਲ ਗੁਰੂ ਚਰਨਾਂ 'ਚ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿਚਾਰ ਸਰਵਣ ਕੀਤੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਭੁੱਲ ਚੁੱਕ ਦੀ ਖਿਮਾ। ਪਿਆਰ ਸਤਾ ਕੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ